ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਅੱਜ ਦਾ ਟੌਪਿਕ ਆ ਗਲਤੀਆਂ ਤੇ ਗੁਰਸਿੱਖੀ, ਗਲਤੀਆਂ ਤੇ ਭਗਤ, ਗਲਤੀਆਂ ਵਰਸਸ ਭਗਤ। ਅਕਸਰ ਬਹੁਤ ਰੂਹਾਂ ਦੇ ਸਵਾਲ ਐਸੇ ਹੁੰਦੇ ਕਿ ਵੀਰ ਜੀ ਤੁਸੀਂ ਗਲਤੀਆਂ ਨਹੀਂ ਸੀ ਕਰਦੇ ਹੁੰਦੇ, ਤੇ ਕਈ ਭੋਲੇ ਭਾਅ ਪੁੱਛ ਵੀ ਲੈਂਦੇ ਕਿ ਵੀਰ ਜੀ ਤੁਸੀਂ ਗਲਤੀ ਨਹੀਂ ਸੀ ਕਰਦੇ ਇਹ ਵਾਲੀ। ਤੇ ਕਈ ਉੱਦਾਂ ਹੀ ਰਿਸਪੈਕਟ ਵਜੋਂ ਨਹੀਂ ਪੁੱਛਦੇ, ਪਰ ਸਵਾਲ ਅੰਦਰ ਸਾਰਿਆਂ ਦੇ ਹੁੰਦਾ। ਤਾਂ ਸੋਚਿਆ ਕਿਉਂ ਨਾ ਇਸ ਬਾਰੇ ਗੱਲ ਕੀਤੀ ਜਾਵੇ। ਦੇਖੋ, ਭਗਤ ਜਿਹੜਾ ਹੈ ਨਾ, ਉਹ ਬਸ ਐਵੇਂ ਹੀ ਭਗਤ ਨਹੀਂ ਹੁੰਦਾ ਕਿ ਬਸ ਗੁਰੂ ਨੇ ਕਿਰਪਾ ਦੇ ਦਿੱਤੀ ਤਾਂ ਬਸ ਹੋ ਗਿਆ। ਕੋਈ ਵੀ ਜਿਹੜੀ ਸੋਹਣੀ ਰੂਹ ਆ ਨਾ, ਉਹ ਬਸ ਐਵੇਂ ਹੀ ਸੋਹਣੀ ਨਹੀਂ ਹੁੰਦੀ। ਉਹਦੇ ਪਿੱਛੇ ਬੜੇ ਰਾਜ਼ ਹੁੰਦੇ ਨੇ, ਬੜੇ ਹੀ ਰਾਜ਼ ਹੁੰਦੇ ਨੇ। ਇਹ ਕਹਿਣਾ ਸੌਖਾ ਆ, ਕਿਸੇ ਵੱਲੋਂ ਵੀ ਕਹਿਣਾ ਸੌਖਾ ਆ ਕਿ ਹਾਂ ਇਹ ਭਗਤ ਆ, ਇਹ ਰੂਹ ਸੋਹਣੀ ਆ, ਇਹ ਨਾਮ ਬਾਣੀ ਵਾਲੀ ਆ। ਪਰ ਜਿਹੜਾ ਸੱਚਮੁੱਚ ਭਗਤ ਆ ਨਾ, ਉਹਨੇ ਹੰਢਾਈ ਹੁੰਦੀ ਆਪਣੇ ਉੱਪਰ। ਨਾਮ 'ਚ ਤਾਂ ਉਹ ਖੇਡ ਰਿਹਾ ਆ, ਪਰ ਉਹ ਕਿੱਥੋਂ ਲੰਘਿਆ ਆ, ਕਿੱਥੋਂ ਉਹਨੇ ਆਪਣੀ ਰੂਹ ਨੂੰ ਘੜੀਸਿਆ ਆ। ਇਹ ਜਾਂ ਤੇ ਗੁਰੂ ਜਾਣਦਾ ਜਾਂ ਫਿਰ ਉਹ ਭਗਤ ਜਾਣਦਾ ਹੁੰਦਾ। ਉਹਨੂੰ ਐਵੇਂ ਹੀ ਨਹੀਂ ਪਤਾ ਹੁੰਦਾ ਕਿ ਹਾਂ ਭਾਈ ਇੱਥੋਂ ਤੂੰ ਸਹੀ ਕਰ ਲਾ, ਇੱਥੇ ਤੈਨੂੰ ਮਾਇਆ ਨੇ ਘੇਰ ਲੈਣਾ। ਉਹਨੇ ਆਪਣੇ ਜੀਵਨ ਦੇ ਕੀਮਤੀ ਪਲ ਜਿਹੜੇ ਆ ਨਾ, ਉਹ ਇਸ 'ਚ ਗੁਜ਼ਾਰੇ ਹੁੰਦੇ ਆ। ਇਹ ਸੱਚਾਈ ਆ। ਹਾਂ, ਕੋਈ ਦੱਸਦਾ ਆ, ਕੋਈ ਲੁਕੋ ਲੈਂਦਾ ਆ। ਤੇ ਅਕਸਰ ਹੀ ਗੁਰੂ ਸਾਹਿਬ ਕਹਿਲਵਾਉਂਦੇ ਹੁੰਦੇ ਕਿ ਜਿਹਨੇ ਗਲਤੀ ਨਹੀਂ ਕੀਤੀ ਨਾ, ਉਹ ਭਗਤ ਹੀ ਨਹੀਂ। ਜਿਹਨੇ ਗਲਤੀ ਨਹੀਂ ਕੀਤੀ ਉਹ ਭਗਤ ਹੀ ਨਹੀਂ। ਉਹ ਵਾਹਿਗੁਰੂ ਇੱਕ ਪੜਾਅ 'ਚੋਂ, ਇੱਕ ਗੁੰਝਲ 'ਚੋਂ ਗੁਜ਼ਰਾਉਂਦਾ ਹੈ ਭਗਤ ਨੂੰ। ਜਦੋਂ ਤੱਕ ਹਨੇਰੇ ਦਾ ਪਤਾ ਨਹੀਂ ਲੱਗਦਾ ਨਾ, ਉਦੋਂ ਤੱਕ ਚਾਨਣ ਦਾ ਪ੍ਰਕਾਸ਼ ਕਦੇ ਵੀ ਨਹੀਂ ਹੁੰਦਾ, ਕਦੇ ਵੀ ਨਹੀਂ ਹੁੰਦਾ। ਜੇ ਅੱਜ ਕੋਈ ਰੂਹ ਸੋਹਣੀ ਆ ਨਾ, ਤੇ ਉਹ ਰੂਹ ਕਦੀ ਮੈਲੀ ਵੀ ਹੋਏਗੀ। ਇਹ 100% ਉਹ ਸੋਹਣੀ ਇਸੇ ਲਈ ਆ ਕਿਉਂਕਿ ਉਹਨੇ ਮੈਲ ਨੂੰ ਤਿਆਗ ਦਿੱਤਾ। ਉਹ ਸੋਹਣੀ ਇਸੇ ਲਈ ਆ ਕਿਉਂਕਿ ਹੁਣ ਗੰਦੀ ਨਹੀਂ ਆ, ਹੁਣ ਗੰਦੀ ਨਹੀਂ ਰਹੀ, ਇਸੇ ਲਈ ਸੋਹਣੀ ਆ। ਸੋ ਇਹ ਸੱਚਮੁੱਚ ਇੱਕ ਘਾਲਣਾ ਹੈ। ਇਹ ਰੂਹ ਜਿਹੜੀ ਹੈ ਨਾ, ਇਹ ਸੱਚਮੁੱਚ ਜਕੜਨ ਤੋੜ ਕੇ ਬਾਹਰ ਆਈ ਹੁੰਦੀ ਆ। ਇਸੇ ਲਈ ਇਹਨੂੰ ਸਭ ਪਤਾ ਹੁੰਦਾ ਕਿੱਥੇ ਮਾਇਆ ਨੇ ਫੜ ਲੈਣਾ ਆ,
ਕਿੱਥੋਂ ਬਚਣਾ ਆ, ਕਿੱਥੋਂ ਕੀ ਕਰਨਾ ਆ, ਕਿੱਥੇ ਵਿਵੇਕ ਬੁੱਧ ਵਰਤਣੀ ਆ, ਕਿੱਥੇ ਨਿਮਰਤਾ ਦੇ ਵਿੱਚ ਲੈ ਜਾਣਾ ਆ, ਕਿੱਥੇ ਸਟੈਂਡ ਲੈਣਾ ਜ਼ਰੂਰੀ ਆ, ਕਿੱਥੇ ਹੱਥ ਜੋੜਨਾ ਜ਼ਰੂਰੀ ਆ, ਕਿਹੜੀ ਚੀਜ਼ ਗੁਰਮਤ 'ਚ ਆ, ਕਿਹੜੀ ਨਹੀਂ ਆ, ਕਿਵੇਂ ਹਰ ਵੇਲੇ ਨਾਮ 'ਚ ਰਹਿਣਾ ਆ। ਇਹ ਸਭ ਉੱਪਰੋਂ ਨਹੀਂ ਟਪਕਿਆ ਹੁੰਦਾ। ਜਿਵੇਂ ਉਹ ਕਹਿੰਦੇ ਨਾ ਵੀ ਲੋਹਾ ਪਿਘਲ ਕੇ ਲੋਹੇ ਦਾ ਆਕਾਰ ਚੇਂਜ ਕਰਨਾ ਹੋਵੇ ਨਾ, ਤੇ ਉਹਨੂੰ ਕਈ ਘੰਟੇ ਅੱਗ ਦੇ ਵਿੱਚ ਰੱਖਣਾ ਪੈਂਦਾ, ਫਿਰ ਚੇਂਜ ਹੁੰਦਾ। ਤੇ ਉਹ ਅੱਗ ਦੀ ਤਪਸ਼ ਜਿਹੜੀ ਆ, ਉਹ ਭਗਤ ਨੇ ਕਈ ਸਾਲ ਕਈ ਮਹੀਨੇ ਆਪਣੇ ਪਿੰਡੇ ਤੇ ਹੰਡਾਈ ਹੁੰਦੀ ਆ। ਤੇ ਉਹਨਾਂ ਪਲਾਂ ਦੇ ਵਿੱਚੋਂ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰਕੇ ਇਹ ਕਹਿ ਰਿਹਾ ਹੁੰਦਾ ਕਿ ਭਾਈ ਇੱਥੋਂ ਸੰਭਲ ਜਿਓ। ਐਵੇਂ ਹੀ ਨਹੀਂ ਭਗਤ ਕੁਛ ਵੀ ਬੋਲਦਾ, ਉਹਦੇ ਗੁੱਸੇ 'ਚ ਵੀ ਕੋਈ ਰਾਜ਼ ਹੁੰਦਾ। ਜੇ ਉਹਨੇ ਕੋਈ ਝਿੜਕ ਦਿੱਤਾ ਨਾ, ਉਸ ਝਿੜਕ 'ਚ ਵੀ ਬਹੁਤ ਕੁਛ ਆ। ਉਹਦੇ ਹੱਸਣ 'ਚ ਬਹੁਤ ਕੁਛ ਆ, ਉਹਦੇ ਰੋਣ 'ਚ ਬਹੁਤ ਕੁਛ ਆ, ਉਹਦੇ ਚੁੱਪ ਰਹਿਣ 'ਚ ਬਹੁਤ ਕੁਛ ਆ। ਸੋ ਜਿਵੇਂ ਮੰਨ ਲਓ ਰਾਗੀ ਸਾਹਿਬ ਗਾ ਰਹੇ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਤੇ ਭਗਤ ਦੇ ਅੰਦਰ ਉਹ ਤੁਕਾਂ ਇੱਦਾਂ ਤੀਰ ਵਾਂਗੂ ਵੱਜਣਗੀਆਂ ਜੋ ਕਿਸੇ ਆਮ ਇਨਸਾਨ ਦੇ ਲਈ ਨਹੀਂ ਵੱਜਣਗੀਆਂ। ਕਿਸੇ ਲਈ ਉਹ ਆਮ ਹੋਣਗੀਆਂ, ਪਰ ਭਗਤ ਦੇ ਲਈ ਉਹ ਆਮ ਨਹੀਂ ਹੋਣਗੀਆਂ। ਹਮ ਅਵਗੁਣ ਭਰੇ, ਉਹਨੂੰ ਆਪਣਾ ਯਾਦ ਆ ਜਾਂਦਾ ਕਿ ਮੈਂ ਕੀ ਸੀ। ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਅੰਮ੍ਰਿਤ ਛੱਡ ਕੇ ਕਿੰਨੇ ਸਾਲ ਮੈਂ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਤੇ ਫਿਰ ਕਿਤੇ ਜਾ ਕੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਕਿਤੇ ਜਾ ਕੇ ਫਿਰ ਉਹਨੂੰ ਕਿਤੋਂ ਸੋਹਣੀ ਸੰਗਤ ਲੱਭੀ, ਜਿਹਦੇ ਯਤਨਾਂ ਪਿੱਛੇ, ਜਿਹਦੇ ਚਰਨਾਂ ਪਿੱਛੇ ਮੈਂ ਸੋਹਣੀ ਹੋ ਗਈ। ਹੁਣ ਇਹਨਾਂ 4-5 ਤੁਕਾਂ ਇਹ ਭਗਤ ਤੇ ਇਹ ਭਗਤ ਹੀ ਇਹਨੂੰ ਫੀਲ ਕਰ ਸਕਦਾ, ਕਿਉਂਕਿ ਉਹਨੇ ਗਲਤੀਆਂ ਨੂੰ ਸਹੇੜਿਆ ਆਪਣੇ ਪਿੰਡੇ ਤੇ। ਪਲ ਪਲ ਵਰਸ ਰਹੀ ਮੌਤ ਉਹਨੂੰ ਫੀਲ ਕੀਤਾ। ਉਹ ਕੂੜ ਚੋਂ ਵੀ ਨਿਕਲਿਆ। ਜੇ ਅੱਜ ਕੋਈ ਨਾਮ 'ਚ ਹੈ ਨਾ, ਉਹਦਾ ਮਤਲਬ ਇਹੀ ਹੈ ਕਿ ਉਹ ਕਦੇ ਕੂੜ ਚੋਂ ਨਿਕਲ ਕੇ ਨਾਮ 'ਚ ਆਇਆ। ਇਹ ਬਸ ਉੱਪਰੋਂ ਹੀ ਨਹੀਂ ਟਪਕਿਆ ਕਿ ਬਸ ਗੁਰੂ ਨੇ ਦੇ ਦਿੱਤਾ ਤਾਂ ਲੈ ਲਿਆ। ਗੁਰੂ ਵੀ ਕਿਸੇ ਗਾਹਕ ਨੂੰ ਹੀ ਇਹ ਡੀਲ ਦਿੰਦਾ, ਗੁਰੂ ਵੀ ਕਿਸੇ ਗਾਹਕ ਨੂੰ ਹੀ ਪਰਖਦਾ, ਗਾਹਕ ਨੂੰ ਹੀ ਦਿੰਦਾ। ਵਿਣ ਗਾਹਕ ਗੁਣ ਵੇਚੀਐ, ਤਉ ਗੁਣ ਸਗ ਹੋ ਜਾਏ। ਪਰ ਗੁਰੂ ਗਲਤੀ ਥੋੜੀ ਕਰਦਾ।
ਉਹਨੂੰ ਹੀ ਜਿਹੜਾ ਯੋਗ ਹੁੰਦਾ, ਜਿਹੜਾ ਅੱਕ ਜਾਂਦਾ ਆਪਣੇ ਪਿੰਡੇ 'ਤੇ ਹੋ ਰਹੇ ਜ਼ੁਲਮ ਤੋਂ ਅੱਕ ਜਾਂਦਾ, ਜਿਹੜਾ ਪਲ ਪਲ ਦੀ ਮੌਤ ਤੋਂ ਜਿਹੜਾ ਅੱਕ ਜਾਂਦਾ, ਜਿਹਨੂੰ ਲੱਗਣ ਲੱਗ ਜਾਂਦਾ ਹੈ ਕਿ ਨਹੀਂ ਇਹ ਮੇਰੀ ਦੁਨੀਆ ਤਾਂ ਨਹੀਂ ਸੀ। ਜਦੋਂ ਉਹਨੂੰ ਸਮਝ ਆ ਜਾਂਦੀ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ, ਜਦੋਂ ਉਹ ਅਰਦਾਸਾਂ ਉੱਠਣ ਲੱਗਦੀਆਂ ਕਿ ਜਿੱਥੇ ਹੁਣ ਬਸ ਇੱਥੋਂ ਨਿਕਲਣਾ ਹੈ, ਉਹਦੇ ਕੋਲ ਕੋਈ ਹੋਰ ਓਪਸ਼ਨ ਨਹੀਂ ਰਹਿੰਦਾ, ਤੇ ਕਿਤੇ ਲਿਬੜੀ ਹੋਈ ਆਤਮਾ ਨੂੰ, ਕੂੜ 'ਚ ਬੈਠੀ ਹੋਈ ਆਤਮਾ ਨੂੰ ਜਦੋਂ ਕੋਈ ਸੋਹਣੀ ਸੰਗਤ, ਜਦੋਂ ਕੋਈ ਸੋਹਣਾ ਗੁਰੂ, ਸਤਿਗੁਰੂ ਰੂਪੀ ਸ਼ਕਤੀ ਜਦੋਂ ਆ ਕੇ ਉਹਦੇ ਮੈਲੇ ਕੱਪੜੇ ਚੇਂਜ ਕਰ ਦੇਵੇ, ਉਹਦੀ ਰੂਹ ਨੂੰ ਸਾਫ਼ ਕਰ ਦੇਵੇ, ਤੇ ਇਸ ਸਾਰੀਆਂ ਘਟਨਾਵਾਂ ਦੇ ਐਕਸਪੀਰੀਅੰਸਿਸ ਲੈ ਕੇ ਭਗਤ ਇਹ ਸਾਰੀਆਂ ਫੀਲਿੰਗਸ, ਇਹ ਸਾਰੇ ਐਕਸਪੀਰੀਅੰਸਿਸ ਆਪਣੇ ਹਿਰਦੇ 'ਚ ਬਿਠਾਈ ਬੈਠਾ ਹੁੰਦਾ। ਫਿਰ ਇਹ ਕਈ ਸਾਲਾਂ ਦੇ ਇਨਸੀਡੈਂਟਸ ਉਛਾਲੇ ਮਾਰਦੇ ਆ ਜਦੋਂ ਕੋਈ ਪੰਕਤੀ ਸਾਹਮਣੇ ਆ ਜਾਂਦੀ ਐ ਐਸੀ, ਜਿਵੇਂ ਉਹ ਵਾਲੀ ਆਈ, ਹਮ ਅਵਗੁਣ ਭਰੇ। ਤੇ ਜਦੋਂ ਫਿਰ ਇਹਨਾਂ ਫੀਲਿੰਗਸ ਦੇ ਨਾਲ ਉਹ ਬਾਣੀ ਗਾਉਂਦਾ ਹੈ, ਬਸ ਫਿਰ ਉਹ ਉਹਨੂੰ ਉੱਥੇ ਹੀ ਲੈ ਜਾਂਦੀ ਆ ਜਿਸ ਧੁਰੋਂ ਇਹ ਬਾਣੀ ਉਪਜੀ ਆ। ਸੋ ਠੀਕ ਆ, ਗਲਤੀਆਂ ਸਭ ਤੋਂ ਹੁੰਦੀਆਂ, ਇਹ ਕੋਈ ਵੱਡੀ ਗੱਲ ਨਹੀਂ ਆ, ਕੋਈ ਵੱਡੀ ਗੱਲ ਨਹੀਂ, ਸਭ ਤੋਂ ਗਲਤੀਆਂ ਹੁੰਦੀਆਂ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਮਿੱਟੀ ਦਾ ਕੀ ਧੋਈਏ, ਅਵਗੁਣ ਭਰਪੂਰ ਆ, ਹਮ ਅਵਗੁਣ ਭਰਪੂਰ ਸਰੀਰੇ। ਮਿੱਟੀ ਦਾ ਕੀ ਧੋਏਗਾ, ਪੁਕਾਰ ਕਰ ਰਹੀ ਗੁਰੂ ਨੂੰ ਕਿ ਵਾਹਿਗੁਰੂ ਜੀ ਮੇਰੇ ਤਾਂ ਅਵਗੁਣ ਪਲ ਪਲ ਨੇ, ਮੇਰੇ ਤੋਂ ਤਾਂ ਹੋ ਹੀ ਜਾਂਦੇ ਆ, ਤੂੰ ਗੁਣਾਂ ਦਾ ਸਰੂਪ ਆ, ਗੁਣ ਤੇਰੇ ਤੋਂ ਉਪਜਦੇ ਨੇ। ਜਦੋਂ ਤੇਰੀ ਮਹਿਮਾ 'ਚ ਉਤਰ ਜਾਨਾ ਆ, ਫਿਰ ਉਹ ਗੁਣ ਮੇਰੇ 'ਚ ਪ੍ਰਵੇਸ਼ ਹੋਣੇ ਸ਼ੁਰੂ ਹੋ ਜਾਂਦੇ ਆ। ਫਿਰ ਇੱਦਾਂ ਲੱਗਦਾ ਮੈਂ ਵੀ ਤੇਰੇ ਉਹਨਾਂ ਗੁਣਾਂ ਦਾ ਹੀ ਅੰਸ਼ ਆ। ਆਪਣਾ ਆਪ ਖਤਮ ਹੋਣਾ ਸ਼ੁਰੂ ਹੋ ਜਾਂਦਾ ਨਾ। ਜਿਹਨੂੰ ਧਿਆਵਾਂਗੇ ਉਸੇ ਵਰਗੇ ਬਣ ਜਾਂਗੇ, ਇਹ ਸੱਚਾਈ ਆ। ਸੁਰਤ ਦੇ ਵਿੱਚ ਜੋ ਵੀ ਆ ਨਾ, ਅਸੀਂ ਉਹੀ ਬਣਨਾ ਸ਼ੁਰੂ ਹੋ ਜਾਂਦੇ ਆ। ਇਸੇ ਲਈ ਗੁਰੂ ਸਾਹਿਬ ਕਹਿਲਵਾਉਂਦੇ ਕਿਸੇ ਦੀ ਬੁਰਾਈ ਨਹੀਂ ਕਰਨੀ, ਕਿਸੇ ਬੁਰੇ ਦੀ ਵੀ ਬੁਰਾਈ ਨਹੀਂ ਕਰਨੀ, ਕਿਉਂਕਿ ਜਦੋਂ ਤੂੰ ਕਿਸੇ ਦੀ ਬੁਰਾਈ ਕਰ ਰਿਹਾ ਨਾ, ਤਾਂ ਤੇਰਾ ਧਿਆਨ ਕਿਸੇ ਦੂਸਰੇ 'ਚ ਆ। ਪਰ ਹੋਣਾ ਕਿੱਥੇ ਚਾਹੀਦਾ ਸੀ, ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ 'ਚ ਨਹੀਂ ਦੇਖ ਰਿਹਾ। ਇਹਦੀ ਰੋਜ਼ ਦੀ ਪੁਕਾਰ 'ਚ ਤਾਂ ਹੈਗਾ ਆ ਕਿ ਹਮ ਅਵਗੁਣ ਭਰੇ, ਰੋਜ਼ ਦੀ ਪੁਕਾਰ 'ਚ ਤਾਂ ਹੈਗਾ ਆ ਕਿ ਵਾਹਿਗੁਰੂ ਜੀ ਉਹ ਗਲਤੀਆਂ ਮਾਫ਼ ਕਰ ਦਿਓ, ਮੈਂ ਬਹੁਤ ਗਲਤੀਆਂ ਕਰਦਾ ਹਾਂ। ਪਰ ਅਰਦਾਸ ਤੋਂ ਕੁਛ ਚਿਰ ਬਾਅਦ ਹੀ ਕਿਸੇ ਦੂਸਰੇ ਦੀ ਬੁਰਾਈ ਹੋ ਰਹੀ ਹੈ।
ਉੱਥੇ ਆਪਣਾ ਆਪ ਭੁੱਲ ਗਿਆ ਕਿ ਮੈਂ ਬਹੁਤ ਗਲਤੀਆਂ ਕਰਦਾ। ਉਹ ਭੁੱਲ ਗਿਆ, ਉਹ ਬਸ ਅਰਦਾਸ ਵੇਲੇ ਹੀ ਯਾਦ ਹੈ। ਪਰ ਜਿਹਨੂੰ ਇਹ ਹਰ ਵੇਲੇ ਯਾਦ ਹੈ ਨਾ, ਉਹਨੂੰ ਫਿਰ ਕਿਸੇ ਦਾ ਕੁਛ ਨਹੀਂ ਦਿਸਦਾ, ਉਹਨੂੰ ਫਿਰ ਸਿਰਫ ਆਪਣਾ ਦਿਸਦਾ। ਕੋਈ ਬੁਰੇ ਤੋਂ ਬੁਰਾ ਵੀ ਹੋਵੇ, ਉਹਨੂੰ ਆਪਣਾ ਆਪ ਉਸ ਤੋਂ ਵੀ ਨੀਵਾਂ ਲੱਗਦਾ ਕਿ ਕਿਤੇ ਜੇ ਇਹੀ ਗੁਨਾਹ ਮੈਂ ਕੀਤਾ ਹੁੰਦਾ ਤਾਂ ਮੈਂ ਵੀ ਕੁਛ ਨਹੀਂ ਸੀ ਕਰ ਸਕਣਾ। ਜੇ ਮੈਨੂੰ ਗੁਰੂ ਨੇ ਹੁਣ ਸਹੀ ਕੀਤਾ ਆ, ਇਹਦੇ 'ਚ ਮੇਰਾ ਕੋਈ ਕ੍ਰੈਡਿਟ ਨਹੀਂ ਆ। ਜੇ ਗੁਰੂ ਨਾ ਚਾਹੁੰਦਾ ਮੈਂ ਵੀ ਫਲਾਣੇ ਵਰਗਾ ਹੀ ਹੁੰਦਾ, ਫਿਰ ਕੀ ਉਹਦੀ ਬੁਰਾਈ ਕਰ ਸਕੇਗਾ? ਕਦੇ ਵੀ ਨਹੀਂ, ਕਿਉਂਕਿ ਧਿਆਨ ਹੁਣ ਆਪਣੇ 'ਚ। ਸੋ ਜਦੋਂ ਵੀ ਇਹ ਸੋਚ ਲਿਆ ਨਾ ਕਿ ਅੱਜ ਤੋਂ ਗੁਰੂ ਦੇ ਹੋਣਾ ਆ, ਅੱਜ ਤੋਂ ਬੁਰਾਈ ਨੂੰ ਛੱਡਣਾ ਆ, ਠੀਕ ਆ, ਸਾਡਾ ਵੱਸ ਨਹੀਂ ਆ ਕਿ ਬੁਰਾਈ ਨੂੰ ਛੱਡੀਏ, ਪਰ ਪੁਕਾਰ ਤਾਂ ਸਾਡੇ ਵੱਸ ਹੀ ਆ ਨਾ। ਅਸੀਂ ਉਹਨੂੰ ਪੁਕਾਰ ਕਰਕੇ ਕਹਿ ਤਾਂ ਸਕਦੇ ਹਾਂ ਨਾ कि वाहिगुरु जीओ, बहुत जन्म बिछरे थे, बहुत जन्म बिछरे थे माधो, ये जन्म तुम्हारे लिखे। पुकार च सब कुछ है। सो जदों गुरसिख ये सोचदा है कि अज तो ਉਹਦੇ होना है, जिन्हें सोच लिया है ना कि अज तो ਉਹਦੇ होना है, ਉਹ ਹੁਣ ਇਹਨੂੰ ਥੋੜਾ ਗੌਰ ਨਾਲ ਸੁਣਨਾ, ਕਿਉਂਕਿ ਇਸ ਸਮਾਜ ਦੇ ਵਿੱਚ ਬਹੁਤ ਸਾਰਾ ਕੁਛ ਇੱਦਾਂ ਦਾ ਆ ਜਿਹੜਾ ਭਗਤ ਦੇ ਅਨੁਕੂਲ ਨਹੀਂ ਆ। ਜੋ ਵੀ ਸਾਡੇ ਆਸ-ਪਾਸ ਹੋ ਰਿਹਾ ਹੁੰਦਾ, ਜਦੋਂ ਤਾਂ ਭਗਤ ਬਹੁਤ ਕਿਰਪਾ 'ਚ ਆ, ਉਦੋਂ ਤਾਂ ਸਾਰਾ ਕੁਛ ਹੀ ਉਹਦੇ ਅਨੁਕੂਲ ਹੈ। ਉਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਭਗਤੀ ਤੋਂ। ਐਸੀਆਂ ਰੂਹਾਂ ਵੀ ਦੇਖੀਆਂ ਨੇ ਜਿਨ੍ਹਾਂ ਨੂੰ ਘਰੋਂ ਮਨਾਈ ਆ ਕਿ ਨਹੀਂ ਉੱਠਣਾ ਅੰਮ੍ਰਿਤ ਵੇਲੇ। ਰੋਜ਼ ਨਿਤ ਦਾ ਕਲੇਸ਼ ਆ ਕਿ ਤੂੰ ਉੱਠ ਕੇ ਦਿਖਾ, ਨਹੀਂ ਉੱਠਣ ਦੇਣਾ ਤੈਨੂੰ, ਸਾਡੀ ਨੀਂਦ ਖਰਾਬ ਹੁੰਦੀ ਹੈ। ਤੇ ਉਹ ਪਿਆਰੀਆਂ ਰੂਹਾਂ ਗੁੱਸਾ ਨਹੀਂ ਕਰਦੀਆਂ, ਉਹ ਪਿਆਰੀਆਂ ਰੂਹਾਂ ਉਲਟਾ ਜਵਾਬ ਨਹੀਂ ਦੇ ਰਹੀਆਂ। ਘਾਲਣਾ ਦੇਖੋ, ਉਲਟਾ ਸੋਚ ਰਹੀਆਂ ਵਾਹਿਗੁਰੂ ਜੀਓ, ਇਹ ਮੇਰਾ ਅਲਾਰਮ ਰੋਕ ਲੈਣਗੇ, ਇਹ ਮੇਰਾ ਅਲਾਰਮ ਰੋਕ ਲੈਣਗੇ, ਪਰ ਮੇਰੇ ਮਨ ਨੂੰ ਕਿੱਥੋਂ ਰੋਕਣਗੇ? ਮਨ ਤਾਂ ਤੇਰਾ ਹੋ ਗਿਆ। ਹਾਲਾਤ ਕਦੇ ਵੀ ਭਗਤ ਲਈ ਉਲਟੇ ਨਹੀਂ ਹੁੰਦੇ, ਹਰ ਹਾਲਾਤ 'ਚ ਜਪ ਲੈਂਦਾ ਉਹ। ਫਿਰ ਪਹਿਲਾਂ ਤੇ ਇਹਨਾਂ ਰੂਹਾਂ ਨੂੰ ਵਧਾਈ ਤੇ ਸੀਸ ਵੀ ਝੁਕਦਾ ਇਹਨਾਂ ਅੱਗੇ, ਕਿਤੇ ਸਾਡੇ ਅਲਾਰਮ ਦੇ ਨਾਲ ਇਹਨਾਂ ਦੀ ਨੀਂਦ ਖਰਾਬ ਨਾ ਹੋਵੇ। ਉਹ ਲੇਟੇ ਲੇਟੇ ਹੀ ਸਿਮਰਨ ਕਰ ਲੈਂਦੀਆਂ, ਲੇਟੇ ਲੇਟੇ ਹੀ ਨਿਤਨੇਮ ਕਰ ਲੈਂਦੀਆਂ, ਭਾਣੇ 'ਚ ਰਹਿ ਕੇ। ਤੇ ਜੇ ਕੋਈ ਉਲਟਾ ਲੜੇ
ਕਿ ਤੂੰ ਕੌਣ ਹੁੰਨਾ ਮੈਨੂੰ ਅੰਮ੍ਰਿਤ ਵੇਲੇ ਤੋਂ ਰੋਕਣ ਵਾਲਾ। ਉੱਥੇ ਬਹਿਸ ਆ ਗਈ, ਹਟਣਾ ਤਾਂ ਫੇਰ ਨਹੀਂ ਕਿਸੇ ਨੇ। ਜੇ ਲੜ ਕੇ ਉੱਠ ਵੀ ਗਏ ਤਾਂ ਅੰਦਰ ਬਹਿਸ ਨੇ ਕਰ ਜਾਣਾ, ਉਹ ਗੱਲ ਨਹੀਂ ਬਣਨੀ। ਤੇ ਜੋ ਗੱਲ ਭਾਣੇ 'ਚ ਰਹਿ ਕੇ ਬਣ ਜਾਣੀ ਹੈ ਨਾ, ਉਹ ਲੜ ਕੇ ਨਹੀਂ ਬਣਨੀ। ਸੋ ਹੁਣ ਅਸੀਂ ਦੇਖੀਏ, ਉਹ ਵੀ ਰੂਹਾਂ ਨੇ ਜਿਹੜੀਆਂ ਬੰਦਿਸ਼ 'ਚ ਵੀ ਜਪ ਲੈਂਦੀਆਂ ਨੇ। ਤੇ ਕਿਤੇ ਉਹ ਵੀ ਹਾਲਾਤ ਨੇ ਜਿੱਥੇ ਕੋਈ ਬੰਦਿਸ਼ ਨਹੀਂ ਆ, ਸਗੋਂ 4 ਬੰਦੇ ਉਠਾਉਣ ਵਾਲੇ ਵੀ ਨਹੀਂ ਕਰਦੇ ਕਿ ਉੱਠ ਜਾ, ਰੂਹ ਤਾਂ ਵੀ ਨਹੀਂ ਉੱਠ ਰਹੀ। ਘਰ ਦੀਆਂ ਅਤਿਅੰਤ ਮੁਸ਼ਕਿਲਾਂ, ਰੋਟੀ ਪਾਣੀ ਦਾ ਮਸਲਾ, ਇੱਜ਼ਤ ਦੇਣ ਦਾ ਮਸਲਾ, ਕੋਈ ਰਿਸਪੈਕਟ ਨਹੀਂ ਆ ਘਰ 'ਚ, ਬਹੁਤ ਕੁਛ ਹੋ ਰਿਹਾ ਆਸ-ਪਾਸ, ਪਰ ਰੂਹ ਫਿਰ ਵੀ ਭਾਣੇ 'ਚ ਆ ਕਈਆਂ ਦੀ। ਤੇ ਕਿਤੇ ਸਾਰਾ ਕੁਛ ਠੀਕ ਆ ਤਾਂ ਵੀ ਰੂਹ ਜਪ ਨਹੀਂ ਰਹੀ। ਇਹ ਸਾਰਾ ਕੁਛ ਡਿਪੈਂਡ ਕਰਦਾ ਸਾਡੀ ਸੰਗਤ ਕਿਹੋ ਜਿਹੀ ਆ। ਜੇ ਸੰਗਤ ਸੋਹਣੀ ਆ ਤੇ ਫਿਰ ਚੁੱਭ ਦੇ ਕੰਢਿਆਂ 'ਚ ਵੀ ਸਿਮਰਨ ਹੋ ਜਾਊਗਾ। ਜੇ ਸੰਗਤ ਸੋਹਣੀ ਨਹੀਂ ਆ ਨਾ, ਫਿਰ ਸਾਰਾ ਕੁਛ ਹੁੰਦਿਆਂ ਵੀ ਕੁਛ ਨਹੀਂ ਆ। ਸੋ ਜਦੋਂ ਵੀ ਰੂਹ ਫੈਸਲਾ ਕਰੇ ਕਿ ਬਸ ਅੱਜ ਤੋਂ ਬਾਅਦ ਜੀਵਨ ਉਹਦੇ ਲਈ ਜਿਉਣਾ, ਜੇ ਐਸੀ ਸੋਚ ਬਣ ਚੁੱਕੀ ਆ, ਖਾਸ ਕਰਕੇ ਜਿਹੜੀਆਂ ਰੂਹਾਂ ਇਸ ਰਾਹ 'ਤੇ ਨਵੀਆਂ ਆਈਆਂ ਨੇ, ਉਹਨਾਂ ਲਈ ਅਸਲ 'ਚ ਸਭ ਕੁਛ ਉਹਨਾਂ ਲਈ ਹੀ ਆ। ਥੋੜ੍ਹਾ ਜਿਹਾ ਆਪਣੇ ਬਾਰੇ ਦੱਸਾਂਗੇ ਤਾਂ ਕਿ ਇਹ ਮਹਿਸੂਸ ਹੋ ਜੇ ਕਿ ਕਿਵੇਂ ਹੁਣ ਅੱਗੇ ਚੱਲਣਾ। ਤੇ ਇਸ ਸਭ ਨੂੰ ਸਿਰਫ ਇੱਕ ਸੇਵਾ ਰੂਪ ਦੇ ਵਿੱਚ ਲੈਣਾ, ਹੋਰ ਕੋਈ ਮਕਸਦ ਨਹੀਂ ਹੈ ਬੋਲਣ ਦਾ, ਨਾ ਹੀ ਦਿਲ ਹੁੰਦਾ ਹੈ ਬੋਲਣ ਦਾ, ਕੋਈ ਮਨੋਰਥ ਨਹੀਂ ਹੈ ਹੋਰ। ਤੇ ਇਹਨੂੰ ਸਿਰਫ ਹੋ ਸਕੇ ਤਾਂ ਜੋ ਵਧੀਆ ਲੱਗੇ ਇਹਦੇ 'ਚੋਂ ਲੈ ਲੈਣਾ। ਜਦੋਂ ਇਸ ਮਾਰਗ 'ਤੇ ਸ਼ੁਰੂਆਤ ਹੋਈ ਸੀ ਨਾ, ਤੇ ਜੀਵਨ ਕੈਸਾ ਸੀਗਾ। ਹੁਣ ਇੱਥੇ 2 ਰਾਹ ਖੁੱਲ੍ਹਣਗੇ। ਜੋ ਹੁਣ ਗੁਰੂ ਸਾਹਿਬ ਕਹਿਲਵਾਉਣਗੇ, ਉਸ ਦੇ ਵਿੱਚ ਭਗਤ ਕੋਲ ਬਹੁਤ ਸਾਰਾ ਟਾਈਮ ਆ, ਉਹ ਕੁਛ ਵੀ ਕਰ ਸਕਦਾ। ਫਿਰ ਉਸ ਬਾਰੇ ਵੀ ਗੱਲ ਕਰ ਲਵਾਂਗੇ ਜਿੱਥੇ ਟਾਈਮ ਦੀ ਕਮੀ ਆ ਤੇ ਘੱਟ ਟਾਈਮ ਦੇ ਵਿੱਚ ਕਿਵੇਂ ਰਹਿਣਾ, ਕਨੈਕਟਡ ਕਿਵੇਂ ਰਹਿਣਾ, ਉਸ ਬਾਰੇ ਵੀ ਗੱਲ ਕਰ ਲਵਾਂਗੇ ਬਾਅਦ 'ਚ। ਪਰ ਅਜੇ ਜਿਨ੍ਹਾਂ ਕੋਲ ਖੂਬ ਸਾਰਾ ਸਮਾਂ ਆ ਤੇ ਫਿਰ ਵੀ ਨਹੀਂ ਜਪ ਹੋ ਰਿਹਾ, ਤੇ ਇਹਨੂੰ ਐਜ਼ ਐਨ ਐਗਜ਼ਾਮਪਲ ਹੀ ਲੈ ਲੈਣਾ ਕਿ ਕਿਵੇਂ ਭਗਤ ਹਰ ਵੇਲੇ ਕਨੈਕਟਡ ਰਹਿ ਸਕਦਾ। ਤੇ ਜਿਵੇਂ ਗੁਰੂ ਸਾਹਿਬ ਨੇ ਕਹਿਲਵਾਇਆ ਕਿ ਗਲਤੀਆਂ ਤਾਂ ਬਹੁਤ ਸੀਗੀਆਂ, ਇਸ ਰੂਹ ਦੀਆਂ ਵੀ ਬਹੁਤ ਸੀਗੀਆਂ ਗਲਤੀਆਂ। ਤੇ ਭਗਤ ਫਿਰ ਜਦੋਂ ਨਵਾਂ ਇਸ ਰਾਹ 'ਤੇ ਆਉਂਦਾ, ਉਹਨੂੰ ਉਹ ਸਾਰਾ ਪਿਛਲਾ ਕੀਤਾ ਉਹਦੇ ਅੱਗੇ ਆਉਂਦਾ। ਜਦੋਂ ਉਹ ਬਾਣੀ ਪੜ੍ਹਨ ਲੱਗਦਾ, ਫਿਰ ਉਹੀ ਸਭ ਜੋ ਛੱਡਿਆ ਆ ਉਹ ਸਭ ਅੱਗੇ ਆਉਣ ਲੱਗਦਾ। ਉਹ ਸਿਮਰਨ ਕਰਨ ਲੱਗਦਾ,
ਫਿਰ ਪੁਰਾਣੀਆਂ ਸੋਚਾਂ, ਪੁਰਾਣੀਆਂ ਗਲਤੀਆਂ ਅੱਗੇ ਆਉਣਾ, ਉਹਨਾਂ ਦਾ ਅੱਗੇ ਆਉਣਾ, ਇਹ ਸਭ ਬਹੁਤ ਹੀ ਬੇਸਿਕ ਚੀਜ਼ਾਂ ਨੇ। ਇਹਨਾਂ ਤੋਂ ਘਬਰਾਉਣਾ ਨਹੀਂ, ਕਦੇ ਵੀ ਘਬਰਾਉਣਾ ਨਹੀਂ। ਜਿਉਂ-ਜਿਉਂ ਤੁਸੀਂ ਜਪਦੇ ਜਾਓਗੇ, ਇਹ ਪਿਛਲਾ ਪਿਛੋਕੜ ਫਿੱਕਾ ਪੈਂਦਾ ਜਾਊਗਾ, ਮੱਧਮ ਹੁੰਦਾ ਜਾਊਗਾ। ਇਹਦੇ 'ਚ ਇੰਨੀ ਤਾਕਤ ਨਹੀਂ, ਤਾਕਤ ਨਾਮ 'ਚ ਆ, ਜੋ ਹੁਣ ਤੁਸੀਂ ਜਪਣਾ ਆ। ਇਹਨਾਂ ਗਲਤੀਆਂ 'ਚ ਕੋਈ ਤਾਕਤ ਨਹੀਂ ਕਿ ਤੁਹਾਨੂੰ ਪਿੱਛੇ ਲੈ ਜਾਵੇ। ਠੀਕ ਹੈ, ਸ਼ੁਰੂ 'ਚ ਤੰਗ ਹੋਵੋਗੇ, ਪਰ ਜਪਦੇ ਰਹੋਗੇ ਤਾਂ ਗਾਂਹ ਵੱਧਦੇ ਰਹੋਗੇ। ਫਿਰ ਇਹਦੇ 'ਚ ਦੋ ਚੀਜ਼ਾਂ ਸਹਾਈ ਹੁੰਦੀਆਂ, ਇੱਕ ਸੰਗਤ ਤੇ ਦੂਸਰਾ ਤੁਹਾਡਾ ਜਾਪ। ਯਾਦ ਰੱਖਿਓ, ਇਹ ਬੇਸਿਕ ਦੀ ਗੱਲ ਹੋ ਰਹੀ, ਇੱਥੇ ਅਜੇ ਭਗਤ ਦੀ ਸਿਰਜਣਾ ਹੋਣੀ ਆ। ਬਾਕੀ ਜੋ ਗੱਲਾਂ ਨੇ ਉਹ ਬਾਅਦ ਦੀਆਂ ਨੇ। ਉੱਥੇ ਤਾਂ ਫਿਰ ਸਿਮਰਨ ਦੀ ਵੀ ਲੋੜ ਨਹੀਂ ਪੈਂਦੀ ਕਦੀ, ਉਹ ਚੀਜ਼ ਹੀ ਅਲੱਗ ਆ। ਸੋ ਇਹ ਬੇਸਿਕ ਕੌਨਸੈਪਟ ਦੀ ਗੱਲ ਹੋ ਰਹੀ, ਜਿੱਥੇ ਅਜੇ ਭਗਤ ਨੇ ਪੌੜੀਆਂ ਚੜ੍ਹਨੀਆਂ ਨੇ, ਜਿੱਥੇ ਉਹਨੇ ਇਸ ਮਾਇਆ ਤੋਂ ਜਿੱਤਣਾ ਆ, ਜਿੱਥੇ ਉਹਨੇ ਉਸ ਗੁਰੂ ਦੇ ਨਾਲ ਸਾਂਝ ਪਾਉਣੀ ਆ, ਉੱਥੇ ਇਹਨੂੰ ਬੇਸਿਕ ਤੋਂ ਹੀ ਚੱਲਣਾ ਪੈਣਾ। ਉੱਥੇ ਇਹਦੀ ਕੋਈ ਸਿਆਣਪ ਨਹੀਂ ਕੰਮ ਆਉਣੀ। ਅਜੇ ਤਾਂ ਇਹਨੇ ਯੋਧਾ ਬਣਨਾ ਆ, ਅਜੇ ਤਾਂ ਇਹਨੇ ਪਲ ਪਲ ਦੀ ਲੜਾਈ ਲੜਨੀ ਆ। ਸੋ ਕਿਵੇਂ ਭਗਤ ਲੜਾਈ ਲੜਦਾ? ਅੰਮ੍ਰਿਤ ਵੇਲੇ ਉੱਠਣਾ ਤੇ ਨੀਂਦ ਨੇ ਬਹੁਤ ਸਤਾਉਣਾ, ਤੇ ਰੂਹ ਨੇ ਫਿਰ ਕੀ ਕਰਨਾ? ਨਿਤਨੇਮ ਕਰਨਾ ਉੱਚੀ, ਤਾਂ ਕਿ ਜੋ ਬੋਲ ਰਿਹਾ ਉਹ ਕੰਨ ਵੀ ਸੁਣਨ। ਤੇ ਇਹ ਸੱਚਾਈ ਆ, ਜਦੋਂ ਤੁਸੀਂ ਬੋਲਦੇ ਹੋ ਨਾ, ਤੇ ਉਹ ਤੁਹਾਡੇ ਕੰਨਾਂ ਰਾਹੀਂ ਹਿਰਦੇ 'ਚ ਜਾਂਦਾ ਆ। ਤੇ ਕਿੰਨੇ ਵੀ ਵਿਚਾਰ ਚੱਲ ਰਹੇ ਹੋਣ, ਤੁਸੀਂ ਬਹੁਤ ਹੱਦ ਤੱਕ ਜੋ ਤੁਸੀਂ ਬੋਲ ਰਹੇ ਹੋ ਉਹ ਤੁਸੀਂ ਫੀਲ ਕਰ ਪਾਓਗੇ। ਇਹ ਬੜੀ ਵੱਡੀ ਦੇਣ ਆ ਇਸ ਕੁਦਰਤ ਦੀ, ਇਸ ਸਿਸਟਮ ਦੀ। ਜੋ ਤੁਸੀਂ ਬੋਲ ਰਹੇ ਹੋ, ਜੇ ਉਹ ਉੱਚੀ ਆਵਾਜ਼ 'ਚ ਤੁਹਾਨੂੰ ਸੁਣ ਰਿਹਾ ਹੈ ਨਾ, ਤੇ ਤੁਸੀਂ ਬਹੁਤ ਹੱਦ ਤੱਕ ਉਹਦੇ ਨਾਲ ਰਿਲੇਟ ਹੋ ਪਾਓਗੇ। ਹਮੇਸ਼ਾ ਨਿਤਨੇਮ ਉੱਚੀ ਆਵਾਜ਼ 'ਚ ਕਰਨਾ, ਤੁਹਾਨੂੰ ਸੁਣੇ। ਤੇ ਜੇ ਫ੍ਰੀ ਟਾਈਮ ਹੈ, ਭਾਵੇਂ ਕਿੰਨੇ ਵੀ ਘੰਟੇ ਲੱਗ ਜਾਣ, ਬਸ ਪ੍ਰੇਮ ਨਾਲ ਕਰਨਾ। ਕਦੀ ਨਿਤਨੇਮ 'ਚ ਹੀ 3 ਘੰਟੇ ਲੰਘ ਜਾਣੇ, ਪਤਾ ਹੀ ਨਹੀਂ ਲੱਗਣਾ ਟਾਈਮ ਦਾ। 3 ਵਜੇ ਤੋਂ 6 ਵੱਜ ਜਾਣੇ, ਫਿਰ ਵੀ ਅਜੇ ਵੀ ਅੱਧਾ ਆਨੰਦ ਸਾਹਿਬ ਪਿਆ ਆ। ਬਸ ਪ੍ਰੇਮ ਨਾਲ ਕਰੀ ਜਾਣਾ, ਤੇ ਕਰਕੇ ਫਿਰ ਸੋਣਾ ਨਹੀਂ ਕਿ ਕਿਤੇ ਮੈਂ ਇਸ ਭਗਤੀ ਤੋਂ ਟੁੱਟ ਨਾ ਜਾਵਾਂ। ਮਸਾਂ ਮਿਲੀ ਹੈ ਨਾ, ਬੜੀ ਮੁਸ਼ਕਿਲ ਮਿਲੀ ਆ, ਹੁਣ ਨਹੀਂ ਤੋੜਨੀ। ਨਿਤਨੇਮ ਕਰਕੇ ਫਿਰ ਸਿਮਰਨ 'ਚ ਲੰਘ ਜਾਣਾ ਦਿਨ। ਕਦੀ ਸਿਮਰਨ ਕਰ ਲਿਆ, ਕਦੀ ਮੂਲ ਮੰਤਰ ਕਰ ਲਿਆ, ਕਦੀ ਸਹਿਜ ਪਾਠ ਕਰ ਲਿਆ। ਸਹਿਜ ਪਾਠ ਵੀ ਕਈ ਘੰਟੇ ਕਰਦੇ ਰਹਿਣਾ, ਪਰ ਇੱਕ ਵੀ ਸਾਹ ਖਾਲੀ ਨਾ ਜਾਣਾ।
ਤੇ ਇਹ ਜਿਹੜੀ ਆਵਾਜ਼ ਆ, ਇਹ ਜਿਹੜਾ ਗਲਾ ਆ, ਜਿਵੇਂ ਸੱਚਮੁੱਚ ਇਹਦੀ ਕਦਰ ਪੈ ਗਈ ਹੋਵੇ, ਜਿਵੇਂ ਸੱਚਮੁੱਚ ਜਿਸ ਕਾਰਜ ਲਈ ਇਹਨੂੰ ਬਣਾਇਆ ਗਿਆ ਸੀ, ਉਹ ਕਾਰਜ ਇਹ ਹੁਣ ਕਰਨ ਲੱਗੀ ਹੋਵੇ। ਇਹ ਆਵਾਜ਼, ਬਾਣੀ ਗਾਉਣੀ ਤਾਂ ਉੱਚੀ ਗਾਉਣੀ, ਸਹਿਜ ਪਾਠ ਕਰਨਾ ਤਾਂ ਉੱਚੀ ਕਰਨਾ। ਕੋਈ ਇਹ ਮਨਸ਼ਾ ਨਹੀਂ ਕਿ ਇੰਨੇ ਹੀ ਅੰਗ ਕਰਨੇ ਆ, ਇੰਨੇ ਹੀ ਨਹੀਂ ਕਰਨੇ। ਕੋਈ ਕੰਮ ਕਰਨਾ ਤਾਂ ਸਿਮਰਨ ਕਰਦੇ ਹੋਏ ਕਰਨਾ, ਕਰਦਾ ਕੋਈ ਵੀ ਕੰਮ। ਤੇ ਇੱਕ ਸੰਗਤ ਦਾ ਅੰਦਰ ਡਰ, ਸੋਹਣਾ ਡਰ, ਉਹ ਵਾਲਾ ਡਰ ਨਹੀਂ, ਸੋਹਣਾ ਵਾਲਾ ਡਰ। ਸੰਗਤ ਦੇ ਬੋਲ ਅੰਦਰ ਗੂੰਜਣੇ, ਜਦੋਂ ਕਿਸੇ ਪਿਆਰੇ ਨੇ ਕਹਿ ਦੇਣਾ ਨਾ ਕਿ ਹਰ ਵੇਲੇ ਜਪਣਾ ਆ, ਤੇ ਉਹ ਹੁਣ ਦੇਖੋ ਜਿਹੜੀ ਲਾਈਨ ਆ, ਉਹ ਬਹੁਤ ਹੀ ਨੋਰਮਲ ਜਿਹੀ ਆ ਕਿ ਹਰ ਵੇਲੇ ਜਪੋ, ਥਾਂ ਥਾਂ ਲਿਖੀ ਵੀ ਮਿਲ ਜਾਊਗੀ। ਪਰ ਜਦੋਂ ਕੋਈ ਇਹਨੂੰ ਕਮਾਉਣ ਲੱਗਦਾ ਹੈ ਕਿ ਹਰ ਵੇਲੇ ਜਪੋ, ਜਦੋਂ ਸੱਚਮੁੱਚ ਕੋਈ ਹਰ ਵੇਲੇ ਜਪਣ ਲੱਗਦਾ, ਤੇ ਇਹ ਨੋਰਮਲ ਜੀ ਲੱਗਣ ਵਾਲੀ ਜਿਹੜੀ ਗੱਲ ਹੈ ਨਾ, ਉਹ ਉਹਦੇ ਲਈ ਦੁਨੀਆ ਹੀ ਹੋ ਜਾਂਦੀ ਹੈ, ਉਹੀ ਦੁਨੀਆ ਹੋ ਜਾਂਦੀ ਉਹਦੇ ਲਈ। ਸੱਚਮੁੱਚ ਫਿਰ ਭਗਤ ਦਾ ਇੱਕ ਇੱਕ ਪਲ ਜਿਹੜਾ ਹੈ ਨਾ, ਇੱਕ ਇੱਕ ਸੈਕਿੰਡ ਜਿਹੜਾ ਹੈ, ਉਹ ਸਿਮਰਨ 'ਚ ਲੰਘਣ ਲੱਗਦਾ। ਜਦੋਂ ਕਿਤੇ ਪੁਰਾਣੀਆਂ ਸੋਚਾਂ ਅੰਦਰ ਐਂਟਰ ਕਰਨ ਦੀ ਕੋਸ਼ਿਸ਼ ਕਰਦੀਆਂ ਹੈ, ਤੇ ਚੱਲ ਰਹੀ ਬਾਣੀ ਉਹਨੂੰ ਖਿੱਚ ਕੇ ਫਿਰ ਤੋਂ ਸਿਮਰਨ ਦੇ ਵਿੱਚ ਲੈ ਆਉਂਦੀ ਆ। ਥੋੜ੍ਹਾ ਜਿਹਾ ਵੀ ਧਿਆਨ ਢਿੱਲਾ ਪੈਂਦਾ ਤੇ ਰੂਹ ਫਿਰ ਤੋਂ ਵਾਪਸ ਜੋ ਬੋਲ ਰਹੀ ਆ ਉਸੇ 'ਚ ਧਿਆਨ ਰੱਖਣ ਲੱਗਦੀ ਹੈ। ਜ਼ਰਾ ਜਿੰਨਾ ਵੀ ਮਾਇਆ ਨੂੰ ਰਾਹ ਨਹੀਂ ਲੱਭਦਾ ਕਿ ਐਂਟਰ ਕਰ ਜਾਵੇ। ਸੱਚਮੁੱਚ ਜੀਵਨ ਕਮਾਉਣਾ ਹੈ ਨਾ ਉਹਨੇ, ਫਿਰ ਹਰ ਵੇਲੇ ਜਪਣਾ ਆ ਤੇ ਜਪਣਾ ਆ। ਮੂਲ ਮੰਤਰ ਤੋਂ ਬਾਅਦ ਸਿਮਰਨ ਕਰ ਲਿਆ, ਸਿਮਰਨ ਤੋਂ ਬਾਅਦ ਸਹਿਜ ਪਾਠ ਫੋਨ ਤੇ ਸ਼ੁਰੂ ਕਰ ਲੈਂਦੇ ਸੀਗੇ, ਤੇ ਉਹ ਵੀ ਉੱਚੀ ਬੋਲ ਕੇ। ਬਸ ਇਹ ਸੀਗਾ ਕਿ ਮੈਂ ਜੋ ਗਲਤੀਆਂ ਕੀਤੀਆਂ, ਬਸ ਉਹਨਾਂ ਤੋਂ ਮੈਨੂੰ ਪਾਤਸ਼ਾਹ ਜੀ ਉਹਨਾਂ ਤੋਂ ਪਿੱਛੇ ਕਰ ਦਿਓ। ਬਸ ਭਾਵੇਂ ਤੁਸੀਂ ਮੈਨੂੰ ਆਨੰਦ ਵੀ ਨਾ ਦਿਓ, ਭਾਵੇਂ ਤੁਸੀਂ ਮੈਨੂੰ ਕੁਛ ਵੀ ਨਾ ਦਿਓ, ਬਸ ਮੈਨੂੰ ਇੰਨੇ ਜੋਗਾ ਕਰ ਦਿਓ ਕਿ ਤੁਹਾਡਾ ਨਾਮ ਜਪ ਸਕਾਂ। ਬਸ ਇਹੀ ਅਰਦਾਸ। ਮੈਨੂੰ ਆਪਣੇ ਨਾਮ ਤੋਂ ਨਾ ਤੋੜਿਓ, ਭਾਵੇਂ ਮੈਨੂੰ ਕੁਛ ਵੀ ਨਾ ਦਿਓ, ਮੈਨੂੰ ਕੁਛ ਵੀ ਨਹੀਂ ਚਾਹੀਦਾ। ਮੈਨੂੰ ਨਹੀਂ ਪਤਾ ਪ੍ਰੇਮ ਕਿਵੇਂ ਪਊਗਾ ਤੁਹਾਡੇ ਨਾਲ, ਮੈਨੂੰ ਕੁਛ ਨਹੀਂ ਪਤਾ। ਇਹ ਖੰਡ, ਇਹ ਜੁਗਤੀਆਂ, ਮੈਨੂੰ ਕੁਛ ਨਹੀਂ ਪਤਾ। ਮੈਨੂੰ ਤਾਂ ਬਸ ਇੰਨਾ ਹੀ ਪਤਾ ਹੈ ਕਿ ਜਦੋਂ ਦਾ ਮੈਂ ਤੁਹਾਨੂੰ ਜਪਣ ਲੱਗਿਆ, ਮੈਂ ਇਸ ਕੂੜ ਤੋਂ ਪਿੱਛੇ ਹੋ ਗਿਆ, ਤੇ ਹੁਣ ਬਸ ਇੰਨੀ ਕੁ ਮਿਹਰ ਕਰ ਦਿਓ ਕਿ ਤੁਹਾਡੇ ਤੋਂ ਨਾ ਟੁੱਟਾਂ। ਫਿਰ ਜਦੋਂ ਇਹੋ ਜਿਹੀ ਅਰਦਾਸ ਕਰਦਾ ਹੈ ਨਾ ਭਗਤ, ਉਹ ਫਿਰ ਉਹਨੂੰ ਸੱਚਮੁੱਚ ਉੱਥੇ ਲੈ ਜਾਂਦੀ।
ਜਿੱਥੇ ਗੁਰੂ ਹੀ ਗੁਰੂ ਬਚਦਾ, ਹੋਰ ਕੁਛ ਵੀ ਨਹੀਂ। ਇੱਕ ਇੱਕ ਹਰਕਤ ਦੇ ਵਿੱਚ ਗੁਰੂ ਝਲਕਦਾ। ਫਿਰ ਇਸ ਰਾਹ 'ਤੇ ਬਹੁਤ ਸਾਰੀਆਂ ਆਸ-ਪਾਸ ਐਸੀਆਂ ਬਿਰਤੀਆਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਖਿੱਚਣ ਦੀ ਕੋਸ਼ਿਸ਼ ਕਰਨਗੀਆਂ, ਤੁਹਾਨੂੰ ਤੋੜਨ ਦੀ ਕੋਸ਼ਿਸ਼ ਕਰਨਗੀਆਂ। ਤੁਸੀਂ ਗੱਲ ਨਹੀਂ ਕਰਦੇ, ਤੁਸੀਂ ਬਦਲ ਗਏ, ਬਹੁਤ ਕੁਛ। ਇਮੋਸ਼ਨਲ ਬਲੈਕਮੇਲਿੰਗ, ਉਹ ਵੀ ਆਪਣੀ ਜਗ੍ਹਾ 'ਤੇ ਠੀਕ ਨੇ। ਵਾਹਿਗੁਰੂ ਨੇ ਉਹਨਾਂ ਨੂੰ ਉਸੇ ਕੰਮੇ ਲਾਇਆ। ਪਰ ਭਗਤ ਨੂੰ ਕੋਈ ਸਮਝ ਨਹੀਂ ਸਕਦਾ। ਅਕਸਰ ਉਹਦੀ ਚੁੱਪ ਦਾ, ਮੈਂ ਫਿਰ ਕਹਿ ਦਿਆਂ, ਇਹ ਨਵੀਂ ਸ਼ੁਰੂਆਤ ਦੀ ਗੱਲ ਹੋ ਰਹੀ। ਅਕਸਰ ਉਹਦੀ ਚੁੱਪ ਦਾ ਗਲਤ ਮਤਲਬ ਸਮਝਣਾ ਸ਼ੁਰੂ ਕਰ ਦਿੱਤਾ ਜਾਂਦਾ। ਉਹਦੀ ਚੁੱਪ ਦਾ ਗਲਤ ਫਾਇਦਾ ਵੀ ਉਠਾਇਆ ਜਾਂਦਾ। ਉਹਦੇ ਬਦਲੇ ਨੇਚਰ ਦਾ ਇੱਕ, ਕਹਿ ਲਓ ਕਿ ਉਹਨੂੰ ਸਮਝਿਆ ਨਹੀਂ ਜਾਂਦਾ। ਕੋਈ ਜੇ ਕੋਈ ਬਹੁਤ ਹੀ ਅੰਡਰਸਟੈਂਡ ਕਰਨ ਵਾਲੀ ਰੂਹ ਆ, ਇਸ ਮਾਰਗ 'ਤੇ ਆ, ਹੋ ਸਕਦਾ ਉਹ ਭਗਤ ਨੂੰ ਸਮਝ ਲਵੇ, ਉਹ ਉਸ ਰੂਹ ਦਾ ਸਾਥ ਦੇ ਦੇਵੇ, ਇਹੋ ਜਿਹਾ ਮਾਹੌਲ ਪੈਦਾ ਕਰ ਦੇਵੇ ਕਿ ਉਹ ਜਪ ਸਕੇ। ਪਰ ਭਗਤ ਨੇ ਹਮੇਸ਼ਾ ਇਹੀ ਸੋਚਣਾ, ਸਵੇਰੇ ਉੱਠਦਿਆਂ ਸਾਰ ਹੀ ਖੁਦ ਨਾਲ ਕਾਉਂਸਲਿੰਗ ਕਰਨੀ ਆ, ਖੁਦ ਨਾਲ ਗੱਲ ਕਰਨੀ ਆ ਕਿ ਪਿਆਰਿਆ ਮਨਾ, ਅੱਜ ਹੋ ਸਕਦਾ ਤੇਰੇ ਨਾਲ ਕੋਈ ਬਹੁਤ ਬੁਰਾ ਵਰਤਾਓ ਕਰੇ, ਅੱਜ ਹੋ ਸਕਦਾ ਤੇਰੀ ਇਨਸਲਟ ਕਰੇ, ਕੋਈ ਤੈਨੂੰ ਬੁਰਾ ਭਲਾ ਕਵੇ, ਅੱਜ ਹੋ ਸਕਦਾ ਤੈਨੂੰ ਬਿਨਾਂ ਗੱਲੋਂ ਹੀ ਝਿੜਕਾਂ ਪੈ ਜਾਣ, ਤੇਰੀ ਗਲਤੀ ਵੀ ਨਾ ਹੋਵੇ ਤਾਂ ਵੀ ਕੋਈ ਤੈਨੂੰ ਬੁਰਾ ਭਲਾ ਕਹਿ ਜੇ। ਅੱਜ ਤੇਰੇ ਨਾਲ ਬਹੁਤ ਕੁਛ ਹੋ ਸਕਦਾ, ਪਰ ਤੂੰ ਆਪਣੇ ਨਾਮ ਨੂੰ ਨਹੀਂ ਛੱਡਣਾ। ਕਿਸੇ ਵੀ ਫਾਲਤੂ ਜਿਹੀ ਇਨਸਲਟ ਕਰਕੇ ਤੂੰ ਕਿਸੇ ਬਹਿਸ 'ਚ ਨਹੀਂ ਪੈਣਾ। ਇਹ ਹਰ ਰੋਜ਼ ਖੁਦ ਨਾਲ ਗੱਲ ਕਰਕੇ ਜਦੋਂ ਰੂਹ ਜਪਣ ਲੱਗਦੀ ਆ ਤੇ ਐਨ ਉਸ ਮੌਕੇ 'ਤੇ ਪਹੁੰਚਦੀ ਆ ਜਿੱਥੇ ਇਹ ਦੁਨੀਆ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ, ਤੇ ਭਗਤ ਦੀ ਤਿਆਰੀ ਐਸੀ ਹੁੰਦੀ ਆ ਹਰ ਰੋਜ਼ ਕਿ ਉਹ ਇਹ ਸਭ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦਾ। ਉਹ ਹੋਰ ਜ਼ਿਆਦਾ ਦੂਰ ਹੋਣਾ ਸ਼ੁਰੂ ਹੋ ਜਾਂਦਾ ਇਸ ਦੁਨੀਆ ਤੋਂ, ਕਿਉਂਕਿ ਉਹਨੂੰ ਕੋਈ ਸਮਝ ਹੀ ਨਹੀਂ ਪਾਉਂਦਾ, ਕੋਈ ਸਮਝ ਨਹੀਂ ਪਾਉਂਦਾ ਉਹਨੂੰ। ਫਿਰ ਜਿਉਂ-ਜਿਉਂ ਟਾਈਮ ਅੱਗੇ ਲੰਘਦਾ ਆ, ਤਿਉਂ-ਤਿਉਂ ਜਾਪ ਦੇ ਕਰਕੇ ਉਹਦੇ 'ਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਆਸ-ਪਾਸ ਦੇ ਲੋਕ ਵੀ ਕਹਿਣਾ ਸ਼ੁਰੂ ਹੋ ਜਾਂਦੇ ਕਿ ਇਹ ਕਿਹੜੇ ਪਾਸੇ ਲੱਗ ਗਿਆ। ਤੁਹਾਨੂੰ ਦਿਖਦਾ ਜਾਣਾ ਕਿ ਤੁਹਾਡੇ ਨਾਲ ਜਿਹੜੇ ਸੀਗੇ ਕਈ ਸਾਲਾਂ ਤੋਂ, ਉਹ ਛੋਟੀਆਂ ਗੱਲਾਂ ਕਰਕੇ ਤੁਹਾਡੇ ਤੋਂ ਪਿੱਛੇ ਹੁੰਦੇ ਜਾਣੇ। ਕਈਆਂ ਨੇ ਲੜਨਾ ਵੀ ਆ, ਕਈਆਂ ਨੇ ਤੁਹਾਨੂੰ ਅੰਡਰਸਟੈਂਡ ਵੀ ਨਹੀਂ ਕਰਨਾ, ਬਹੁਤ ਕੁਛ ਹੋਣਾ ਸ਼ੁਰੂ ਹੋ ਜਾਣਾ। ਤੇ ਤੁਹਾਨੂੰ ਅਸਲ 'ਚ ਅਹਿਸਾਸ ਹੋ ਜਾਣਾ ਕਿ ਇਹ ਸਿਰਫ ਮੇਰੇ ਨਾਲ ਜੇ ਜੁੜੇ ਸੀਗੇ, ਇਹ ਪਤਾ ਨਹੀਂ ਫਾਲਤੂ ਜੇ ਕਾਰਨਾਂ ਕਰਕੇ ਜੁੜੇ ਸੀਗੇ, ਇਹਨਾਂ ਨੂੰ ਸੱਚਮੁੱਚ ਮੇਰੇ ਨਾਲ ਕੋਈ ਮਤਲਬ ਹੀ ਨਹੀਂ ਆ, ਮੈਨੂੰ ਸਮਝ ਹੀ ਨਹੀਂ ਰਹੇ।
ਤੁਹਾਨੂੰ ਸੱਚਮੁੱਚ ਅਹਿਸਾਸ ਹੋਣਾ ਸ਼ੁਰੂ ਹੋ ਜਾਣਾ ਕਿ ਮੇਰਾ ਕੋਈ ਹੈ ਹੀ ਨਹੀਂ ਹੈ ਸੱਚਮੁੱਚ। ਤੇ ਰੂਹ ਨੂੰ ਫਿਰ ਸਮਝਦਾ ਕੌਣ ਆ? ਉਹੀ ਪਿਆਰੇ, ਉਹੀ ਸੰਗਤ ਜਿਹਨੇ ਇਸ ਰੂਹ ਨੂੰ ਇਸ ਰਾਹ 'ਤੇ ਲੈ ਕੇ ਆਂਦਾ। ਉਹੀ ਸਮਝਦੇ ਨੇ ਬਸ, ਕਿਉਂਕਿ ਉਹ ਵੀ ਕਿਤੇ ਨਾ ਕਿਤੇ ਇਸ ਸਭ ਤੋਂ ਗੁਜ਼ਰੇ ਹੁੰਦੇ ਆ। ਫਿਰ ਰੂਹ ਹੋਰ ਅੱਗੇ ਲੰਘਦੀ ਆ ਹੌਲੀ ਹੌਲੀ। ਇਸ ਸਭ ਦੇ ਵਿੱਚ ਨਾ ਜੋ ਸੱਚਮੁੱਚ ਜਿਨ੍ਹਾਂ ਦਾ ਸੰਜੋਗ ਤੁਹਾਡੇ ਨਾਲ ਜੁੜਿਆ ਹੁੰਦਾ, ਗੁਰਮਤ ਪੱਖੋਂ ਕਿਸੇ ਵੀ ਪੱਖੋਂ, ਕੋਈ ਸੋਹਣਾ ਲੈਣ ਦੇਣ ਅਜੇ ਬਾਕੀ ਹੋਵੇ ਕੀ ਪਤਾ। ਤੇ ਇਸ ਸਭ ਦੇ ਵਿੱਚ ਨਾ ਜਿਹੜੇ ਝੂਠ ਕਰਕੇ ਤੁਹਾਡੇ ਨਾਲ ਜੁੜੇ ਆ ਉਹ ਸਾਰੇ ਝੜ ਜਾਣੇ ਆ, ਸਾਰੇ ਹੀ ਝੜ ਜਾਣੇ ਆ। ਕੋਈ ਨਾਲ ਨਹੀਂ ਰਹਿਣਾ, ਇੱਕ ਵੀ ਨਹੀਂ। ਜਿਹੜੇ ਤੁਹਾਡੇ ਨਾਲ ਸੱਚ ਕਰਕੇ ਜੁੜੇ ਆ ਕਿ ਹਾਂ ਇਹ ਮੇਰਾ ਗੁਰਸਿੱਖ ਭਾਈ ਆ, ਇਹ ਮੇਰੀ ਗੁਰਸਿੱਖ ਭੈਣ ਆ। ਜਿਹੜੇ ਕੂੜ ਕਰਕੇ ਤੁਹਾਡੇ ਨਾਲ ਨਹੀਂ ਜੁੜੇ, ਜਿਹੜੇ ਸੱਚ ਕਰਕੇ ਜੁੜੇ ਆ ਉਹੀ ਰਹਿਣਗੇ, ਬਾਕੀ ਸਾਰੇ ਝੜ ਜਾਣੇ। ਸਾਰੇ ਜਿਨ੍ਹਾਂ ਨਾਲ ਤੁਸੀਂ ਦਿਨ ਰਾਤ ਲੱਗੇ ਰਹਿੰਦੇ ਸੀਗੇ, ਛੋਟੀ ਛੋਟੀ ਗੱਲ ਕਰਕੇ ਉਹ ਬਸ ਤੁਹਾਡੇ ਤੋਂ ਦੂਰ ਹੋ ਜਾਣੇ। ਦੇਖਦੇ ਦੇਖਦੇ ਸਭ ਚੱਲਣਾ ਸ਼ੁਰੂ ਹੋ ਜਾਣਾ। ਫਿਰ ਕੀ ਹੋਣਾ? ਫਿਰ ਅਗਲਾ ਪੜਾਅ ਹੋਣਾ। ਦੁਨੀਆ ਤੋਂ ਪਾਸੇ ਹੋ ਗਈ ਰੂਹ। ਹੁਣ ਇਸ ਸਮੇਂ ਦੁਨੀਆ ਤੋਂ ਖਹਿੜਾ ਛੁੱਟ ਗਿਆ। ਇੱਥੇ ਸਾਂਝ ਬਣੀ ਹੁਣ ਸਿਰਫ ਗੁਰਸਿੱਖਾਂ ਨਾਲ। ਤੇ ਫਿਰ ਧਾਰਮਿਕ ਰਾਹ ਦੇ ਉੱਪਰ ਫਿਰ ਨਵੀਆਂ ਮੁਸ਼ਕਿਲਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਧਾਰਮਿਕ ਈਰਖਾ ਹੋ ਜਾਣੀ। ਤੇ ਜਿਉਂ-ਜਿਉਂ ਰੂਹ ਜਪਦੀ ਆ, ਕੂੜ ਤੋਂ ਤਾਂ ਪਿੱਛਾ ਛੁੱਟ ਜਾਂਦਾ। ਫਿਰ ਨਵੀਆਂ ਚੀਜ਼ਾਂ, ਮਾਇਆ ਆਪਣਾ ਰੂਪ ਬਦਲ ਕੇ ਆਉਣ ਲੱਗਦੀ ਆ। ਮਾਇਆ ਆਪਣਾ ਉਹ ਵਾਲਾ ਰੂਪ ਤਿਆਗ ਦਿੰਦੀ ਆ ਤੇ ਇਹ ਵਾਲਾ ਫੜ ਲੈਂਦੀ ਆ। ਇੱਥੇ ਇਸ ਮਾਇਆ ਨੇ ਧਾਰਮਿਕ ਲਿਬਾਸ ਪਾਇਆ ਆ। ਉੱਥੇ ਤਾਂ ਪ੍ਰਤੱਖ ਕੂੜ ਵਾਲਾ ਲਿਬਾਸ ਸੀਗਾ, ਸਾਹਮਣੇ ਹੀ ਦਿਖ ਜਾਂਦੀ ਸੀਗੀ। ਪਰ ਇੱਥੇ ਹੁਣ ਇਹਨੇ ਧਾਰਮਿਕ ਲਿਬਾਸ ਪਾਇਆ। ਇੱਥੇ ਇਹ ਕੂੜ ਬਣ ਕੇ ਨਹੀਂ ਆਈ, ਇੱਥੇ ਦੁਸ਼ਮਣ ਬਣ ਕੇ ਨਹੀਂ ਆ ਰਹੀ। ਇੱਥੇ ਧਾਰਮਿਕ ਕਰਮ ਦੇ ਵਿੱਚ ਆ ਰਹੀ ਆ। ਤੇ ਇਹਨੂੰ ਪਛਾਣਨਾ ਵੀ ਜ਼ਰੂਰੀ ਆ। ਤੁਹਾਡਾ ਕੁਛ ਵਧੀਆ ਲਿਖ ਦੇਣਾ, ਕੁਛ ਵਧੀਆ ਕਹਿ ਦੇਣਾ, ਉਹ ਵੀ ਮਾਇਆ ਬਣ ਸਕਦਾ, ਭਾਵੇਂ ਨਾਮ 'ਚ ਰੰਗਿਆ। ਜੇ ਤੁਸੀਂ ਸਮਝੇ ਨਹੀਂ ਤਾਂ ਇਹ ਚੀਜ਼ਾਂ ਵੀ ਧਾਰਮਿਕ ਈਰਖਾ ਦੇ ਵਿੱਚ, ਹਉਮੈ ਦੇ ਰੂਪ ਦੇ ਵਿੱਚ ਮਾਇਆ ਨੇ ਆਉਣਾ ਸ਼ੁਰੂ ਕਰ ਦੇਣਾ। ਮਤਲਬ ਭਗਤ ਕਰੋੜਾਂ ਅਵਸਥਾਵਾਂ 'ਚੋਂ ਲੰਘਦਾ ਡਿੱਗਦਾ ਢਹਿੰਦਾ, ਫਿਰ ਕਿਤੇ ਜਾ ਕੇ ਉਹ ਉਸ ਜਗ੍ਹਾ 'ਤੇ ਪਹੁੰਚਦਾ ਜਿੱਥੇ ਨਾ ਉਹਨੂੰ ਉਸਤਤ ਤੰਗ ਕਰਦੀ ਆ ਆਪਣੀ, ਨਾ ਉਹਨੂੰ ਆਪਣੀ ਨਿੰਦਿਆ ਤੰਗ ਕਰਦੀ ਆ। ਜੇ ਕੋਈ ਉਹਨੂੰ ਬੁਰਾ ਭਲਾ ਵੀ ਕਹਿੰਦਾ ਆ ਤੇ ਉਹਨੂੰ ਫਰਕ ਨਹੀਂ ਪੈਂਦਾ। ਬਾਣੀ ਦੀਆਂ ਤੁਕਾਂ ਉਹਦੇ ਅੰਦਰ ਘਰ ਗਈਆਂ ਹੁੰਦੀਆਂ ਉਦੋਂ ਤੱਕ। ਕੋਈ ਉਹਨੂੰ ਬੁਰਾ ਭਲਾ ਕਹਿ ਰਿਹਾ ਆ ਤੇ ਉਹਨੂੰ ਮਹਿਸੂਸ ਹੀ ਨਹੀਂ ਹੋ ਰਿਹਾ। ਉਹ ਬਸ ਇਹੀ ਸੋਚ ਰਿਹਾ, ਮਨ ਤੂੰ ਜੋਤ ਸਰੂਪ ਹੈ। ਤੇ ਫਿਰ ਜੇ ਤੂੰ ਜੋਤ ਸਰੂਪ ਆ, ਤੈਨੂੰ ਕੀ ਫਰਕ ਪੈਂਦਾ ਹੈ? ਕੋਈ ਤੈਨੂੰ ਬੁਰਾ ਕਵੇ, ਭਲਾ ਕਵੇ, ਉਹਨੂੰ ਨਿੰਦਿਆ ਤਾਂ ਕੀ ਉਸਤਤ ਵੀ ਪਹੁੰਚਦੀ ਨਹੀਂ ਉਹਦੇ ਤੱਕ। ਸੰਗਤ ਕੁਛ ਵੀ ਕਹੀ ਜਾਵੇ, ਉਹਨੂੰ ਗੁਰੂ ਦਾ ਦਰਜਾ ਦੇਈ ਜਾਵੇ,
ਕੁਛ ਵੀ ਕਹੀ ਜਾਵੇ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਇੱਕ ਤਿਲ ਮਾਤਰ ਵੀ ਨਹੀਂ ਪੈਂਦਾ। ਹਾਂ, ਜਿੰਨੀ ਕੋਈ ਰਿਸਪੈਕਟ ਦਿੰਦਾ ਆ ਭਗਤ ਦੇ ਅੰਦਰ, ਤਾਂ ਉਸ ਤੋਂ ਵੀ 1000 ਗੁਣਾ ਹੁੰਦੀ ਆ, ਜਿਹੜੀ ਉਹ ਕਦੀ ਸ਼ੋਅ ਨਹੀਂ ਕਰ ਪਾਉਂਦਾ। ਪਰ ਉਹਨੂੰ ਪਤਾ ਹੁੰਦਾ ਮੈਂ ਇਹਨਾਂ ਪਿਆਰਿਆਂ ਦੀ ਧੂੜ ਵੀ ਨਹੀਂ ਆ। ਪਰ ਉਹ ਇਹ ਸਭ ਕਹਿਣ 'ਚ ਵੀ ਚੱਕ ਜਾਂਦਾ। ਬਸ ਆਪਣਾ ਗੁਰੂ ਗੁਰੂ ਕਰਨਾ, ਉਹੀ ਉਹਦਾ ਮਕਸਦ ਰਹਿ ਜਾਂਦਾ। ਸੋ ਇਸ ਸਭ ਦੇ ਵਿੱਚ ਜਦੋਂ ਦੁਨੀਆ ਨੂੰ, ਖੁਦ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਕਿ ਹੁਣ ਇਹ ਭਗਤ ਬਣ ਚੁੱਕਿਆ। ਪਰ ਸ਼ੁਰੂਆਤ ਦੇ ਵਿੱਚ ਬਹੁਤ ਸਾਰੀਆਂ ਢਿੱਲਾਂ ਵੀ ਉਹਦੀਆਂ ਹੁੰਦੀਆਂ, ਜਿੱਥੇ ਉਹਦੀ ਇਮੇਜ ਤਾਂ ਬਣ ਗਈ ਹੁੰਦੀ ਭਗਤ ਦੀ, ਜਿਹੜੀ ਲੋਕਾਂ ਨੂੰ ਲੱਗਦੀ ਆ, ਜਿਹੜੀ ਸੰਗਤ ਨੂੰ ਲੱਗਦੀ ਆ, ਪਰ ਉਹਨੂੰ ਪਤਾ ਹੁੰਦਾ ਹੈ ਕਿ ਹਾਂ ਇਹ ਮੇਰੇ 'ਚ ਕਮੀ ਆ। ਕਹਿ ਲਓ ਕਿ ਇਹ ਹੁਣ ਇਨੀਸ਼ੀਅਲ ਸਟੇਜ ਤਾਂ ਨਹੀਂ ਆ, ਪਰ ਕਿਤੇ ਨਾ ਕਿਤੇ ਭਗਤ ਹਰ ਵੇਲੇ ਹੀ ਇਨੀਸ਼ੀਅਲ ਸਟੇਜ 'ਤੇ ਆ, ਹਰ ਵੇਲੇ ਹੀ। ਇਸੇ ਕਰਕੇ ਹੀ ਇਹ ਰੂਹ ਕਹਿ ਰਹੀ ਕਿ ਕਰੋੜਾਂ ਹੀ ਅਵਸਥਾਵਾਂ ਨੇ। ਸੋ ਇੱਥੇ ਹੁਣ ਇਸ ਸਟੇਜ 'ਤੇ ਉਹ ਆ ਗਈ ਜਿੱਥੇ ਉਹ ਸਦਾ ਹੀ ਜਪਦੀ ਆ, ਪਰ ਇੱਥੇ ਵੀ ਮਾਇਆ ਬਹੁਤ ਆ। ਇੱਥੇ ਜੇ ਮਾਇਆ ਨੂੰ ਨਹੀਂ ਸਮਝਿਆ ਤਾਂ ਫਿਰ ਡਿੱਗ ਸਕਦਾ। ਹੁਣ ਇੱਥੇ ਰਾਬਤਾ ਉਹਨਾਂ ਰੂਹਾਂ ਦੇ ਨਾਲ ਹੈ ਜਿਹੜੀਆਂ ਗੁਰਸਿੱਖ ਨੇ, ਤੇ ਜੇ ਇੱਥੇ ਵੀ ਮਾਇਆ ਨੂੰ ਨਹੀਂ ਸਮਝਿਆ ਤਾਂ ਫਿਰ ਡਿੱਗ ਸਕਦਾ। ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਹਾਂ ਮੈਂ ਸੇਫ ਹਾਂ। ਸੇਫ ਉਦੋਂ ਤੱਕ ਹੀ ਹਾਂ ਜਦੋਂ ਤੱਕ ਗੁਰਮਤ ਦਾ ਪਹਿਰਾ ਆ, ਵਿਵੇਕ ਬੁੱਧ ਦੇ ਵਿੱਚ ਚੱਲਦਾ, ਉਦੋਂ ਤੱਕ ਹੀ ਸੇਫ ਆ। ਫਿਰ ਇੱਥੇ ਵੀ ਤਰ੍ਹਾਂ ਤਰ੍ਹਾਂ ਦੀਆਂ ਬਿਰਤੀਆਂ ਤੁਹਾਨੂੰ ਮਿਲਣਗੀਆਂ, ਜਿਹੜੀਆਂ ਧਾਰਮਿਕ ਲਿਬਾਸ 'ਚ ਆ, ਪਰ ਅੰਦਰੋਂ ਥੋੜ੍ਹੀਆਂ ਜਿਹੀਆਂ ਕੱਚੀਆਂ ਹੋਣ ਕਰਕੇ ਕੁਛ ਭਾਏ ਸੁਭਾਏ ਵੀ ਅਤੇ ਕੁਛ ਜਾਣ ਕੇ ਵੀ ਤੁਹਾਨੂੰ ਫਸਾਉਣ ਦੀ ਕੋਸ਼ਿਸ਼ 'ਚ ਨੇ ਹਰ ਪਲ। ਧਾਰਮਿਕ ਲਿਬਾਸ ਦੇ ਵਿੱਚ ਮਾਇਆ ਪਰਖ ਲੈਣੀ ਸ਼ੁਰੂ ਹੁੰਦੀ ਹੈ, ਪਰਖ ਕਰਨੀ ਸ਼ੁਰੂ ਕਰਦੀ ਹੈ। ਪਰ ਇੱਥੇ ਵੀ ਹਮੇਸ਼ਾ ਸੱਚ ਦੀ ਸੰਗਤ ਦਾ ਪਹਿਰਾ ਹੋਣਾ ਚਾਹੀਦਾ। ਜੇ ਤੁਹਾਡੀ ਸੰਗਤ ਸਹੀ ਹੈ ਨਾ, ਤੇ ਮਾਇਆ ਤੁਹਾਡਾ ਕੁਛ ਨਹੀਂ ਵਿਗਾੜ ਸਕਦੀ, ਕੁਛ ਵੀ ਨਹੀਂ। ਤੇ ਸੰਗਤ ਕਿਹੋ ਜਿਹੀ ਹੋਣੀ ਚਾਹੀਦੀ ਆ, ਉਹ ਪਹਿਲਾਂ ਵੀ ਬਹੁਤ ਵੀਡੀਓਜ਼ ਤੁਸੀਂ ਦੇਖ ਸਕਦੇ ਹੋ। ਅਲੱਗ ਕਨਸੈਪਟ ਦੇ ਵੀਡੀਓਜ਼ ਨੇ ਇਸ ਪੇਜ 'ਤੇ। ਸੰਗਤ ਬਾਰੇ ਤਾਂ ਤੁਸੀਂ ਆਲਮੋਸਟ ਸਭ ਨੇ ਸੁਣਿਆ ਹੀ ਆ ਪਹਿਲਾਂ ਵੀ, ਅਤੇ ਸੰਗਤ ਬਹੁਤ ਸੋਹਣਾ ਰੋਲ ਨਿਭਾਉਂਦੀ ਹੈ ਇਹਦੇ ਵਿੱਚ। ਜੇ ਤੁਹਾਡੀ ਸੰਗਤ ਸਹੀ ਹੈ ਨਾ, ਅਤੇ ਤੁਹਾਨੂੰ ਕੁਛ ਵੀ ਨਹੀਂ ਹੋਣਾ। ਤੁਸੀਂ ਹਰ ਸਟੇਜ 'ਤੇ ਬਹੁਤ ਹੀ ਸੌਖੇ ਲੰਘ ਜਾਣਾ ਪਾਰ। ਇੱਥੇ ਤੁਸੀਂ ਕਿਸੇ ਦੇ ਫੈਨ ਨਹੀਂ ਬਣਨਾ, ਕਿਸੇ ਵੀ ਧਾਰਮਿਕ ਸ਼ਖਸੀਅਤ ਦੇ ਫੈਨ ਨਹੀਂ ਬਣਨਾ। ਹਾਂ, ਕੋਈ ਸੱਚ ਦੀ ਸੰਗਤ ਜੇ ਤੁਹਾਨੂੰ ਮਿਲੀ ਆ, ਜਿਹਦਾ ਸਿਰਫ ਸੱਚ 'ਤੇ ਪਹਿਰਾ ਹੈ, ਜਿਹੜਾ ਸਿਰਫ ਤੁਹਾਡੇ ਨਾਲ ਗੁਰਮਤ ਲਈ ਜੁੜਿਆ ਹੈ, ਜਿਹਦੇ ਨਾਲ ਰਿਸ਼ਤਾ ਬਹੁਤ ਪਵਿੱਤਰ, ਸੋਹਣਾ ਅਤੇ ਗੁਰੂ ਵਾਲਾ ਰਿਸ਼ਤਾ ਹੈ,
ਜਿਹਦੀ ਇਮੇਜ ਤੁਹਾਡੀਆਂ ਅੱਖਾਂ ਅੱਗੇ ਆਉਂਦਿਆਂ ਹੀ ਤੁਸੀਂ ਸਿਮਰਨ 'ਚ ਜੁੜ ਬੈਠਦੇ ਹੋ, ਜਿਹਦੀ ਇਮੇਜ ਤੁਹਾਡੇ ਅੱਗੇ ਆਉਂਦਿਆਂ ਹੀ ਤੁਸੀਂ ਕੁਛ ਗਲਤ ਨਹੀਂ ਕਰ ਪਾਉਂਦੇ। ਕੋਈ ਐਸੀ ਸੰਗਤ ਜੇ ਤੁਹਾਡੇ ਨਾਲ ਆ ਤਾਂ ਤੁਸੀਂ ਸਦਾ ਹੀ ਸੇਫ ਹੋ, ਹਰ ਪਲ ਸਿਮਰਨ 'ਚ ਰਹਿ ਸਕੋਗੇ। ਸੰਗਤ ਦਾ ਡਰ ਹੋਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ। ਤਾਂ ਹੀ ਸਤ ਸੰਗਤ ਮਿਲਿਆ ਸੋ ਤਰਿਆ, ਤਾਂ ਹੀ ਇਸ ਪੰਕਤੀ ਨੂੰ ਕਮਾ ਪਾਵਾਂਗੇ। ਸੋ ਇਸ ਲਈ ਸਦਾ ਹੀ ਸੋਹਣੀ ਸੰਗਤ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਨੀ ਹੈ। ਜਿਹੜਾ ਫਾਲਤੂ ਗੱਲਾਂ ਦੇ ਵਿੱਚ ਟਾਈਮ ਖਰਾਬ ਕਰ ਰਿਹਾ, ਇਹ ਤੁਸੀਂ ਉਦੋਂ ਤੱਕ ਰੂਹ ਨੂੰ ਆਪਣੇ ਆਪ ਹੀ ਇੰਨਾ ਐਕਸਪੀਰੀਅੰਸ ਹੋ ਜਾਂਦਾ, ਉਹਨੂੰ ਝਟਪਟ ਹੀ ਪਤਾ ਚੱਲ ਜਾਂਦਾ ਕਿ ਕੌਣ ਕਿੰਨੇ ਕੁ ਪਾਣੀ 'ਚ ਆ, ਕਿਹਦੇ ਨਾਲ ਮੈਂ ਗੁਰਮਤਿ 'ਚ ਰਹਿ ਸਕਦਾ, ਕਿਹਦੇ ਨਾਲ ਮੈਨੂੰ ਕਿਹਦੇ ਤੋਂ ਪਿੱਛੇ ਹੋਣਾ ਪੈਣਾ। ਇਹ ਸਭ ਕੁਛ ਰੂਹ ਨੂੰ ਸਮਝ ਆ ਜਾਂਦਾ। ਸੋ ਜਦੋਂ ਵੀ ਗੁਰਮਤਿ ਦਾ ਰਸਤਾ ਅਪਣਾਉਣ ਦੀ ਕੋਸ਼ਿਸ਼ ਕਰਨੀ ਆ, ਸਭ ਤੋਂ ਪਹਿਲਾਂ ਆਪਣੀ ਸੰਗਤ ਸੁਧਾਰ ਲੈਣੀ ਆ। ਇੱਕ ਬੇਸ ਬਣ ਜਾਊਗਾ, ਫਿਰ ਉਸ ਬੇਸ 'ਤੇ ਸਾਰੀ ਜ਼ਿੰਦਗੀ ਕੱਢਣੀ ਆ ਰੂਹ ਨੇ, ਸਾਰੀ ਜ਼ਿੰਦਗੀ। ਬੇਸ ਸੋਹਣਾ ਹੋਊਗਾ, ਨੀਂਹ ਸੋਹਣੀ ਹੋਊਗੀ ਤਾਂ ਇਮਾਰਤ ਬਹੁਤ ਸੋਹਣੀ ਬਣੂਗੀ, ਬਹੁਤ ਸੋਹਣੀ। ਫਿਰ ਇਸ ਇਮਾਰਤ ਦੀ ਛਾਂ ਹੇਠਾਂ ਕਈ ਸੋਹਣੀਆਂ ਸੋਹਣੀਆਂ ਬਿਰਤੀਆਂ ਹੋਣਗੀਆਂ। ਇਸ ਇਮਾਰਤ ਦੀ ਛਾਂ ਨੂੰ ਮਾਣਨ। ਕਦੇ ਕਦੇ ਅਸੀਂ ਦੇਖਦੇ ਹਾਂ ਨਾ ਕਿ ਬਹੁਤ ਜ਼ਿਆਦਾ ਕਿਤੇ ਧੁੱਪ ਹੋਵੇ ਤੇ ਛੱਤ ਲੱਭਦੇ ਹਾਂ। ਫਿਰ ਇਹ ਰੂਹ ਵੀ ਇੱਕ ਛੱਤ ਬਣ ਜਾਊਗੀ ਦੂਸਰਿਆਂ ਲਈ। ਹਰ ਇੱਕ ਘਰ ਆਇਆ ਵਰਸਾਣੇ ਬਹੁਤ ਤੇਰੇ। ਫਿਰ ਰੂਹ ਐਸੀ ਬਣ ਜਾਂਦੀ ਹੈ ਕਿ ਇਹਦੇ ਤੋਂ ਕਈ ਜਾਣੇ ਛਾਂ ਲੈਂਦੇ ਆ, ਪਿਆਸ ਬੁਝਾਉਂਦੇ ਆ। ਇਹ ਲੰਗਰ ਪਕਾਉਣ ਜੋਗੀ ਹੋ ਜਾਂਦੀ ਹੈ ਰੂਹ, ਜਿਹਨੂੰ ਫਿਰ ਬਹੁਤ ਜਾਣੇ ਛਕ ਲੈਂਦੇ ਆ, ਤਾਂ ਵੀ ਖ਼ਤਮ ਨਹੀਂ ਹੁੰਦਾ। ਕਿਉਂਕਿ ਉਹਨੂੰ ਸਮਝ ਆ ਜਾਂਦੀ ਕਿ ਮੇਰਾ ਕੁਛ ਨਹੀਂ ਆ। ਇੱਕ ਉਹਨੂੰ ਸਮਝ ਆ ਜਾਂਦੀ ਮੇਰਾ ਕੁਛ ਨਹੀਂ ਆ, ਮੇਰਾ ਕੁਛ ਨਹੀਂ ਆ, ਉਹਦਾ ਹੀ ਆ। ਤੇ ਦੂਜੀ ਉਹਨੂੰ ਸਮਝ ਆ ਜਾਂਦੀ ਹੈ ਕਿ ਮੈਂ ਹੁਣ ਇੱਥੋਂ ਜਾਣਾ ਆ, ਮੈਂ ਸਦਾ ਨਹੀਂ ਰਹਿਣਾ। ਇਹ ਦੋ ਗੱਲਾਂ ਹਮੇਸ਼ਾ ਉਹਦੇ ਹਿਰਦੇ 'ਚ ਹਰ ਵੇਲੇ ਰਹਿੰਦੀਆਂ, 24 ਘੰਟੇ। ਇੱਕ ਮੈਂ ਜਾਣਾ ਆ ਤੇ ਦੂਜਾ ਮੇਰਾ ਕੁਛ ਨਹੀਂ ਆ। ਜੇ ਕੋਈ ਕਹਿ ਦਿੰਦਾ ਆ ਕਿ ਭਾਈ ਸਾਹਿਬ ਤੁਸੀਂ ਬਹੁਤ ਸੋਹਣਾ ਲਿਖਦੇ ਹੋ, ਬਹੁਤ ਸੋਹਣਾ ਬੋਲਦੇ ਹੋ, ਰੂਹ ਉਸੇ ਵੇਲੇ ਵਾਹਿਗੁਰੂ ਨੂੰ ਸੌਂਪ ਦਿੰਦੀ ਆ ਕਿ ਮੇਰਾ ਹੈ ਹੀ ਨਹੀਂ, ਇਹ ਤਾਂ ਤੂੰ ਬੋਲ ਰਿਹਾ। ਮੈਂ ਤਾਂ ਖੁਦ ਜੋ ਤੂੰ ਮੇਰੇ ਰਾਹੀਂ ਬੋਲਦਾ ਆ, ਮੈਂ ਤੇ ਖੁਦ ਉਹਨੂੰ 10-10 ਵਾਰੀ ਸੁਣ ਲੈਂਦਾ ਆ ਬਾਅਦ 'ਚ ਵੀ, ਕਿਉਂਕਿ ਮੈਨੂੰ ਪਤਾ ਮੈਂ ਨਹੀਂ ਬੋਲ ਰਿਹਾ, ਤੂੰ ਬੋਲ ਰਿਹਾ। ਫਿਰ ਜਿਹੜਾ ਮੇਰਾ ਹੈ ਹੀ ਨਹੀਂ, ਨਾ ਉਸ ਪ੍ਰਤੀ ਹਉਮੈ ਆਉਣੀ ਆ, ਤੇ ਜੇ ਕਿਸੇ ਨੂੰ ਉਹ ਚੰਗੀ ਨਾ ਲੱਗੇ ਤੇ ਨਾ ਉਸ ਪ੍ਰਤੀ ਵਿਆਕੁਲਤਾ ਆਉਣੀ ਹੈ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਫਿਰ ਹੌਲੀ ਹੌਲੀ ਜੀਵਨ ਬਦਲਣਾ ਸ਼ੁਰੂ ਹੋ ਜਾਂਦਾ। ਇੱਥੇ ਵੀ ਹਰ ਪਲ ਬਦਲਦਾ।
ਫਿਰ ਉਹਨੂੰ ਸਮਝ ਆਉਣ ਲੱਗਦੀ ਆ ਕਿ ਕਿਸ ਸਮੇਂ ਮੈਨੂੰ ਮਾਇਆ ਢਾਹ ਲੈਂਦੀ ਆ, ਕਿਸ ਸਮੇਂ ਮੈਂ ਹਉਮੈ 'ਚ ਹੋ ਜਾਂਦਾ, ਕਿਹੜੀ ਗੱਲ ਮੈਨੂੰ ਚੁੱਭਣਾ ਸ਼ੁਰੂ ਹੋ ਜਾਂਦੀ ਆ। ਹਰ ਇੱਕ ਚੀਜ਼ ਉਹਨੂੰ ਸਮਝ ਆਉਂਦੀ ਆ, ਫਿਰ ਹਰ ਇੱਕ ਚੀਜ਼, ਇੱਕ ਚੀਜ਼ ਸਮਝ ਆਉਂਦੀ ਆ। ਪਰ ਫਿਰ ਜਿਉਂ-ਜਿਉਂ ਹਰ ਚੀਜ਼ ਉਹਨੂੰ ਸੌਂਪਣਾ ਸ਼ੁਰੂ ਕਰਦਾ, ਆਪਣਾ ਆਪ ਮਿਟਾਉਣਾ ਸ਼ੁਰੂ ਕਰ ਦਿੰਦਾ। ਫਿਰ ਕਈ ਦਿਨ ਐਸੇ ਵੀ ਆਉਂਦੇ ਨੇ ਜਿੱਥੇ ਇਹ ਰੂਹ ਆਪ ਹੀ ਸਿਮਰਨ ਬਣ ਜਾਂਦੀ ਆ। ਉੱਥੇ ਇਹਦੇ ਕੋਲ ਸਿਮਰਨ ਵੀ ਨਹੀਂ ਹੋ ਰਿਹਾ। ਹੁਣ ਇੱਕ ਤਾਂ ਉਹ ਸਟੇਜ ਨਾ ਜਿੱਥੇ ਸਿਮਰਨ ਨਹੀਂ ਹੋ ਰਿਹਾ ਅਤੇ ਮਾਇਆ ਘੇਰ ਲੈਂਦੀ ਆ। ਇੱਕ ਸਟੇਜ ਫਿਰ ਐਸੀ ਵੀ ਆ ਜਾਂਦੀ ਆ ਕਿ ਉੱਥੇ ਸਿਮਰਨ ਨਹੀਂ ਹੋ ਰਿਹਾ, ਕਿਰਪਾ ਹੀ ਇੰਨੀ ਆ ਕਿ ਇੱਕ ਸ਼ਬਦ ਵੀ ਨਹੀਂ ਕੱਢ ਰਹੀ ਰੂਹ, ਬਸ ਸਮਾ ਗਈ। ਕੀ ਬੋਲੇ ਹੁਣ, ਮੂੰਹ ਭਰਿਆ ਹੋਵੇ, ਆ ਫਿਜ਼ੀਕਲੀ ਵੀ ਸਾਡਾ ਮੂੰਹ ਭਰਿਆ ਹੋਵੇ ਪਾਣੀ ਨਾਲ, ਪੂਰਾ ਭਰਿਆ ਹੋਵੇ, ਬੋਲ ਨਹੀਂ ਸਕਦੀ ਨਾ। ਉੱਦਾਂ ਹੀ ਕਿਰਪਾ ਨਾਲ ਭਰ ਗਈ ਤਾਂ ਬੋਲ ਵੀ ਨਹੀਂ ਸਕਦੀ, ਕਦੇ ਕਦੇ ਸਮਾ ਜਾਂਦੀ ਹੈ। ਫਿਰ ਸੋ ਬਹੁਤ ਕੁਛ ਆ ਜਿਹੜਾ ਨਹੀਂ ਬੋਲਿਆ ਜਾ ਸਕਦਾ, ਜਿਹੜਾ ਸ਼ਬਦਾਂ 'ਚ ਹੀ ਨਹੀਂ ਆ ਸਕਦਾ। ਕਿੰਨੀ ਵੀ ਕੋਸ਼ਿਸ਼ ਕਰ ਲਈਏ ਉਹ ਸਮਝਾਇਆ ਨਹੀਂ ਜਾ ਸਕਦਾ। ਪਰ ਹਾਂ, ਦਿਲੋਂ ਬੋਲਿਆ ਜਾਵੇ, ਦਿਲੋਂ ਸੁਣਿਆ ਜਾਵੇ ਤੇ ਕਿਤੇ ਨਾ ਕਿਤੇ ਉਹ ਵਾਈਬ੍ਰੇਸ਼ਨਸ ਜਿਹੜੀਆਂ ਨਾ, ਉਹ ਇਸ ਗੁਰਮਤ ਵਾਲੀਆਂ ਗੱਲਾਂ 'ਚੋਂ, ਇਸ ਵਾਹਿਗੁਰੂ ਦੀ ਵਡਿਆਈ 'ਚੋਂ ਜ਼ਰੂਰ ਉਹ ਮਿਲ ਜਾਂਦੀਆਂ, ਰੂਹ ਕੈਪਚਰ ਕਰ ਲੈਂਦੀ ਆ ਆਪਣੇ ਆਪ। ਸੋ ਇਹੀ ਮਕਸਦ ਸੀਗਾ ਇਹਨੂੰ ਰਿਕਾਰਡ ਕਰਨ ਦਾ ਵੀ। ਅਤੇ ਬਾਕੀ ਜੇ ਕੁਛ ਰਹਿ ਗਿਆ ਤਾਂ ਜ਼ਰੂਰ ਤੁਸੀਂ ਸ਼ੇਅਰ ਕਰ ਸਕਦੇ ਹੋ, ਪੁੱਛ ਸਕਦੇ ਹੋ, ਕੁਛ ਦੱਸ ਸਕਦੇ ਹੋ। ਸੰਗਤੀ ਰੂਪ ਦੇ ਵਿੱਚ ਗੁਰੂ ਸਾਹਿਬ ਸੇਵਾ ਲੈਂਦੇ ਰਹਿਣ। ਬਾਕੀ ਜੇ ਸ਼ੁਰੂਆਤ ਹੋਈ ਆ ਤੇ ਗੁਰੂ ਸਾਹਿਬ ਜ਼ਰੂਰ ਅੱਗੇ ਲੈ ਕੇ ਜਾਣਗੇ। ਇਹ ਜੋ ਪਿਛਲੀਆਂ ਗੱਲਾਂ ਪਿੱਛੇ ਨੂੰ ਖਿੱਚਦੀਆਂ ਨੇ, ਇਹ ਬਹੁਤ ਹੀ ਛੋਟੀਆਂ ਗੱਲਾਂ ਨੇ। ਗੁਰਸਿੱਖ ਤੁਸੀਂ ਇਹੋ ਜਿਹੇ ਬਣਨਾ ਹੈ ਕਿ ਤੁਹਾਡੇ ਕੋਲ ਤੁਹਾਨੂੰ ਸਮਾਂ ਹੀ ਨਾ ਮਿਲੇ ਇਹ ਸਭ ਸੋਚਣ ਲਈ। ਆਇਓ ਸੁਣਨ ਪੜ੍ਹਨ ਕੋ ਬਾਣੀ। ਇੱਕ ਚੀਜ਼ ਜੋ ਅਸੀਂ ਪੜ੍ਹਦੇ ਹਾਂ ਉਹਨੂੰ ਕਮਾਉਣਾ ਸ਼ੁਰੂ ਕਰ ਦਿੰਦੀ ਹੈ ਰੂਹ। ਫਿਰ ਚਲੋ ਹੋਰ ਅੱਗੇ ਹੁਣ ਕਰਨੀ ਤਾਂ ਸਮਾਪਤੀ ਸੀਗੀ। ਇੱਕ ਚੀਜ਼ ਹੋਰ ਯਾਦ ਆ ਗਈ ਕਿ ਜੇ ਸ਼ਡਿਊਲ ਇੱਦਾਂ ਦਾ ਆ ਕਿ ਨਹੀਂ, ਸਮਾਂ ਹੀ ਨਹੀਂ ਆ, ਹੈ ਨਾ, ਸਮਾਂ ਜ਼ਿਆਦਾ ਨਹੀਂ ਆ, ਫਿਰ ਉੱਥੇ ਕੀ ਕਰਨਾ। ਹੁਣ ਕਈ ਪਿਆਰੇ ਜਿਹੜੇ ਆ ਨਾ, ਕਈ ਉਹ ਕੈਨੇਡਾ, ਕੋਈ ਕਿਤੇ ਅਤੇ ਸਿਸਟਮ ਨਹੀਂ ਰਲ ਪਾਉਂਦਾ। ਕਈ ਘੰਟੇ ਜੋਬ ਵੀ ਆ ਅਤੇ ਕੁਸੰਗ ਦੇ ਫੇਰ ਵੀ ਨੇ। ਇਹ ਸਭ 'ਚ ਕਿਵੇਂ ਜਪਣਾ। ਸੋ ਜਿਨ੍ਹਾਂ ਕੋਲ ਸਮੇਂ ਦੀ ਕਮੀ ਆ ਨਾ, ਹੁਣ ਥੋੜ੍ਹਾ ਜਿਹਾ ਜੋ ਪਿੱਛੇ ਗੁਰੂ ਸਾਹਿਬ ਨੇ ਬੁਲਵਾਇਆ ਉਹਦੇ ਤੋਂ ਥੋੜ੍ਹਾ ਡਿਫਰੈਂਟ ਹੋਊਗਾ। ਇਹ ਤੁਸੀਂ ਚੂਜ਼ ਕਰ ਲਿਓ ਕਿ ਤੁਹਾਨੂੰ ਠੀਕ ਕੀ ਬੈਠਦਾ। ਜੇ ਤਾਂ ਸਮਾਂ ਬਹੁਤ ਆ ਫਿਰ ਤਾਂ ਤੁਸੀਂ ਜੋ ਗੁਰੂ ਸਾਹਿਬ ਨੇ ਬੁਲਵਾਇਆ ਉਹ ਸਭ ਤੁਸੀਂ ਕਰ ਸਕਦੇ ਹੋ, ਹਰ ਵੇਲੇ ਜਪ ਸਕਦੇ ਹੋ, ਹਰ ਵੇਲੇ ਕਨੈਕਟਿਡ ਰਹਿ ਸਕਦੇ ਹੋ। ਪਰ ਜਿਨ੍ਹਾਂ ਕੋਲ ਸਮੇਂ ਦੀ ਕਮੀ ਆ ਉਹ ਕੀ ਕਰਨ। ਜੇ ਤਾਂ ਤੁਸੀਂ ਅੰਮ੍ਰਿਤ ਵੇਲਾ ਸੰਭਾਲ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਆ। ਅਤੇ ਜੇ ਨਹੀਂ ਸੰਭਾਲ ਪਾ ਰਹੇ, ਕੋਈ ਮਜਬੂਰੀ ਆ, ਕੰਮ ਹੀ ਇੱਦਾਂ ਦਾ ਕਿ ਨਹੀਂ ਸੰਭਾਲ ਸਕਦੇ, 12-2 ਵਜੇ ਹੀ ਤੁਸੀਂ ਘਰ ਆਉਂਦੇ ਹੋ, ਜਾਂ ਕੋਈ ਵੀ ਮਜਬੂਰੀ ਆ,
ਫਿਜ਼ੀਕਲ ਪ੍ਰੋਬਲਮ ਆ, ਕੁਛ ਵੀ ਆ, ਫਿਰ ਨਿਰਾਸ਼ ਨਹੀਂ ਹੋਣਾ। ਇਹ ਪੱਕੀ ਮੋਹਰ ਆ, ਤੁਸੀਂ ਕਦੇ ਨਿਰਾਸ਼ ਨਹੀਂ ਹੋਣਾ। ਨਹੀਂ ਵੀ ਹੋ ਰਿਹਾ ਨਾ ਤਾਂ ਕੋਈ ਗੱਲ ਨਹੀਂ, ਜਿੰਨਾ ਹੋ ਰਿਹਾ ਓਨਾ ਕਰ ਲਓ। ਨਾਮ ਕੀ ਆ? ਸੈਟਿਸਫੈਕਸ਼ਨ ਹੀ ਨਾਮ ਆ। ਉਹ ਗੁਰੂ ਮੇਰੇ ਨਾਲ ਆ, ਇਹ ਅਹਿਸਾਸ ਹੀ ਨਾਮ ਆ। ਤੇ ਜੇ ਤੁਸੀਂ ਨਿਰਾਸ਼ ਹੋ ਗਏ ਜੇ ਜਪ ਵੀ ਲਓਗੇ ਤਾਂ ਉਹ ਗੱਲ ਨਹੀਂ ਬਣਨੀ। ਹਰ ਚੀਜ਼ ਤੁਸੀਂ ਸ਼ੁਕਰਾਨੇ 'ਚ ਕਰਨੀ ਆ। ਇੱਕ ਵਾਰ ਵੀ ਵਾਹਿਗੁਰੂ ਕਹਿਣ ਦਾ ਮੌਕਾ ਮਿਲ ਗਿਆ ਨਾ ਤੇ ਤੁਸੀਂ ਉਹਦਾ ਵੀ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਧੰਨਵਾਦ, ਤੁਸੀਂ ਮੇਰੇ ਤੋਂ ਕਰਵਾ ਲੈਂਦੇ ਹੋ। ਤੇ ਜੇ ਤੁਸੀਂ ਇਸੇ ਸੋਚ 'ਚ ਹੀ ਸਾਰਾ ਦਿਨ ਕੱਢ ਦਿੱਤਾ ਕਿ ਹਾਏ ਮੇਰਾ ਅੰਮ੍ਰਿਤ ਵੇਲਾ ਨਹੀਂ ਹੋਇਆ, ਤਾਂ ਸਾਰਾ ਦਿਨ ਤੁਹਾਡਾ ਦਿਨ ਵੀ ਖਰਾਬ ਜਾਣਾ। ਸੋ ਕਿਸੇ ਕਾਰਨ ਨਹੀਂ ਹੋ ਪਾ ਰਿਹਾ ਤਾਂ ਦਿਨ 'ਚ ਜਪੋ। ਘਰੋਂ ਇੱਕ ਤਾਂ ਉੱਠਦੇ ਸਾਰ ਹੀ ਆਦਤ ਬਣਾ ਲਓ। ਬਹੁਤ ਸਮਾਂ ਹੁੰਦਾ ਭਗਤ ਕੋਲ, ਜੇ ਦੇਖਿਆ ਜਾਵੇ ਨਾ, ਸਪੈਸ਼ਲ ਬੈਠ ਕੇ ਸਮਾਂ ਜੇ ਨਹੀਂ ਮਿਲ ਰਿਹਾ ਤਾਂ ਵੀ ਕੋਈ ਗੱਲ ਨਹੀਂ ਹੈ, ਭਗਤ ਕੋਲ ਸਮਾਂ ਹੀ ਸਮਾਂ ਹੈ। ਇੱਕ ਤਾਂ ਉੱਠਦੇ ਸਾਰ ਹੀ ਇਹ ਆਦਤ ਬਣਾ ਲਓ ਕਿ ਉਦੋਂ ਹੀ ਸਿਮਰਨ ਸ਼ੁਰੂ ਕਰ ਦੇਣਾ। ਭਾਵੇਂ ਅੱਖਾਂ ਖੁੱਲ੍ਹਣ ਨਾ ਖੁੱਲ੍ਹਣ, ਤੁਸੀਂ ਸਿਮਰਨ ਸ਼ੁਰੂ ਕਰ ਦੇਣਾ। ਤੇ ਜੇ ਸੌਂਦੇ ਸਮੇਂ ਵੀ ਸਿਮਰਨ ਕਰਕੇ ਸੌਵੋਗੇ, ਉੱਠਦੇ ਸਮੇਂ ਆਪਣੇ ਆਪ ਆਦਤ ਬਣ ਜਾਣੀ ਹੈ। ਉੱਠਦੇ ਹੋਏ, ਉੱਠ ਕੇ ਫਰੈਸ਼ ਹੁੰਦੇ ਹੋਏ, ਇਸ਼ਨਾਨ ਕਰਦੇ ਹੋਏ, ਇਹ ਵੇਲਾ ਜੇ ਤੁਸੀਂ ਸਾਂਭ ਲਓ ਨਾ ਤੇ ਇੱਕ ਅਜੀਬ ਜਿਹੀ ਪੋਜ਼ੀਟਿਵਿਟੀ ਤੁਹਾਡੇ ਅੰਦਰ ਹਮੇਸ਼ਾ ਹੀ ਰਹੂਗੀ। ਸਿਰਫ ਨਾਮ ਜਪਣਾ ਹੀ ਬੰਦਗੀ ਥੋੜ੍ਹਾ ਆ। ਇੱਕ ਇੱਕ ਚੀਜ਼ 'ਚ ਉਸ ਵਾਹਿਗੁਰੂ ਨੂੰ ਦੇਖਣਾ ਵੀ ਬੰਦਗੀ ਆ। ਤੁਹਾਡਾ ਖੁਸ਼ ਰਹਿਣਾ ਵੀ ਬੰਦਗੀ ਆ, ਸ਼ੁਕਰਾਨੇ 'ਚ ਰਹਿਣਾ ਵੀ ਬੰਦਗੀ ਆ। ਕੁਛ ਦੇ ਕੇ ਜਤਾਉਣਾ ਨਹੀਂ, ਇਹ ਵੀ ਬੰਦਗੀ ਆ। ਮਤਲਬ ਤੁਸੀਂ ਕੁਛ ਵੀ ਕਰਨਾ ਨਾ, ਉਹਦੇ 'ਚ ਗੁਰੂ ਨੂੰ ਸ਼ਾਮਿਲ ਕਰ ਲੈਣਾ, ਉਹਦੇ 'ਚ ਵਾਹਿਗੁਰੂ ਨੂੰ ਸ਼ਾਮਿਲ ਕਰ ਲੈਣਾ। ਕੋਈ ਵੀ ਕੰਮ ਆ, ਜਿਸ ਕੰਮ 'ਚ ਤੁਸੀਂ ਵਾਹਿਗੁਰੂ ਨੂੰ ਸ਼ਾਮਿਲ ਕਰ ਲਿਆ, ਉਹੀ ਬੰਦਗੀ ਬਣ ਜਾਣਾ, ਉਹੀ ਨਾਮ ਬਣ ਜਾਣਾ। ਫਿਰ ਭਾਵੇਂ ਨਹੀਂ ਵੀ ਜਪ ਪਾ ਰਹੇ ਨਾ ਤਾਂ ਵੀ ਕੋਈ ਗੱਲ ਨਹੀਂ। ਤੇ ਜੇ ਸਮਾਂ ਹੈਗਾ ਫਿਰ ਤਾਂ ਜਪਣਾ ਹੀ ਆ। ਫਿਰ ਕੰਮ 'ਤੇ ਗਏ ਹੋ, ਤੁਸੀਂ ਬੱਸ ਫੜਨੀ ਆ, ਕੈਬ ਫੜਨੀ ਆ, ਕੁਛ ਵੀ ਕਰਨਾ ਆ, ਕਿੰਨਾ ਵੀ ਟਾਈਮ ਮਿਲੇ, ਬਸ ਹਮੇਸ਼ਾ ਜਪਣ ਦੀ ਕੋਸ਼ਿਸ਼ ਕਰੋ। ਨਹੀਂ ਵੀ ਜਪ ਪਾ ਰਹੇ ਤਾਂ ਕੁਛ ਐਸਾ ਕਰ ਦਿਓ ਕਿ ਫੀਲਿੰਗ ਅੰਦਰੋਂ ਐਸੀ ਆਵੇ ਕਿ ਹਾਂ ਵਾਹਿਗੁਰੂ ਮੇਰੇ ਨਾਲ ਆ। ਜੇ ਤੁਹਾਡਾ ਕੰਮ ਉਹੋ ਜਿਹਾ ਨਹੀਂ ਆ ਕਿ ਜਿਹੜਾ, ਕਈ ਕੰਮ ਐਸੇ ਹੁੰਦੇ ਨਾ ਜਿਹੜੇ ਬ੍ਰੇਨ ਨਾਲ ਬਹੁਤ ਰਿਲੇਟਿਡ ਹੁੰਦੇ ਆ, ਇਸ ਲਈ ਨਹੀਂ ਜਪ ਪਾ ਰਹੇ। ਅਤੇ ਜੇ ਕੋਈ ਐਸਾ ਕੰਮ ਆ ਜਿਹੜਾ ਬਹੁਤ ਜ਼ਿਆਦਾ ਬ੍ਰੇਨ ਵਾਲਾ ਨਹੀਂ ਆ, ਤੁਸੀਂ ਜਪ ਸਕੋਗੇ, ਉੱਥੇ ਫਿਰ ਪਰਵਾਹ ਨਹੀਂ ਕਰਨੀ ਕਿ ਮੈਂ ਤਾਂ ਕੰਮ 'ਤੇ ਹਾਂ, ਮੈਂ ਕਿਵੇਂ ਜਪਾਂ। ਜਪ ਸਕਦੇ ਹੋ, ਇਹ ਵੀ ਪਰਵਾਹ ਨਹੀਂ ਕਰਨੀ ਮੈਂ ਸ਼ੂਜ਼ ਪਾਏ ਆ, ਮੈਂ ਇੱਦਾਂ ਆ, ਮੈਂ ਉੱਦਾਂ ਆ। ਇਹ ਕੁਛ ਵੀ ਮਾਇਨੇ ਨਹੀਂ ਰੱਖਦਾ। ਇਨ ਦੀ ਐਂਡ ਗੱਲ ਉੱਥੇ ਬਣਨੀ ਕਿ ਤੁਹਾਡੀ ਸੁਰਤੀ ਕਿੱਥੇ ਆ, ਤੁਹਾਡੀ ਸੁਰਤ 'ਚ ਨਾਮ ਹੈ ਜਾਂ ਨਹੀਂ, ਤੁਹਾਡਾ ਸਰੀਰ ਕਿਸ ਪੋਜੀਸ਼ਨ 'ਚ ਆ, ਲੇਟਿਆ ਹੋਇਆ ਹੈ, ਬੈਠਾ ਆ, ਤੁਰ ਰਿਹਾ ਆ, ਬਾਈਕ ਚਲਾ ਰਿਹਾ ਆ, ਗੱਡੀ ਚਲਾ ਰਿਹਾ ਹੈ, ਟਰੱਕ ਚਲਾ ਰਿਹਾ ਆ, ਇਹ ਕੁਛ ਵੀ ਮਾਇਨੇ ਨਹੀਂ ਰੱਖਦਾ। ਤੁਸੀਂ ਕਿੰਨਾ ਫੀਲ ਕਰ ਪਾ ਰਹੇ ਹੋ ਕਿ ਵਾਹਿਗੁਰੂ ਮੇਰੇ ਨਾਲ ਆ,
ਤੁਸੀਂ ਕਿੰਨਾ ਫੀਲ ਕਰ ਰਹੇ ਹੋ ਕਿ ਹੁਣ ਜੇ ਕੋਈ ਨਹੀਂ ਵੀ ਜਪ ਪਾ ਰਿਹਾ ਨਾ, ਹੱਥ 'ਚ ਪਾਣੀ ਦਾ ਗਲਾਸ ਵੀ ਹੈ ਨਾ, ਉਹ ਪਾਣੀ ਭਗਤ ਪਾਣੀ ਨੂੰ ਹੀ ਦੇਖ ਲਵੇ ਨਾ, ਉੱਥੇ ਵੀ ਉਹਦੇ ਅੰਦਰੋਂ ਵਾਹ ਨਿਕਲ ਜਾਂਦੀ ਆ ਕਿ ਇਹ ਪਾਣੀ ਮੇਰੇ ਵਾਹਿਗੁਰੂ ਨੇ ਬਣਾਇਆ ਹੈ, ਮੇਰੇ ਲਈ ਬਣਾਇਆ ਹੈ। ਬਸ ਇੰਨੇ 'ਚ ਹੀ ਉਹ ਅੰਦਰੋਂ ਜੁੜ ਜਾਂਦਾ, ਪਾਣੀ ਦੇਖ ਕੇ ਜੁੜ ਜਾਂਦਾ ਕਿ ਹਾਂ, ਮੇਰੇ ਲਈ ਪਾਤਸ਼ਾਹ ਨੇ ਬਣਾਇਆ। ਤੂੰ ਕਿੰਨਾ ਵਿਸ਼ਾਲ ਆ, ਕਿੰਨਾ ਚੰਗਾ ਆ, ਕਿੰਨੀ ਕੇਅਰ ਕਰਦਾ ਆ। ਇੱਕ ਇੱਕ ਚੀਜ਼ ਲਈ ਸ਼ੁਕਰਾਨੇ ਕਰੀ ਜਾਊਗਾ ਫਿਰ। ਸੋ ਹਰ ਵੇਲੇ ਜੇ ਤੁਸੀਂ ਨਹੀਂ ਜਪ ਪਾ ਰਹੇ ਨਾ, ਛੋਟੀਆਂ ਛੋਟੀਆਂ ਚੀਜ਼ਾਂ, ਛੋਟੇ ਛੋਟੇ ਪਲ ਇੰਜੋਏ ਕਰਨਾ ਸ਼ੁਰੂ ਕਰ ਦਿਓ। ਹਰ ਚੀਜ਼ ਤੁਹਾਨੂੰ ਲੱਗਣਾ ਕਿ ਬਸ ਵਾਹਿਗੁਰੂ ਦੇ ਸ਼ੁਕਰਾਨੇ ਸ਼ੁਰੂ ਹੋ ਜਾਣੇ। ਸੋ ਬਹੁਤ ਕੁਛ ਹੈ ਜੋ ਅਜੇ ਸਿੱਖਣਾ ਬਾਕੀ ਆ। ਸਿੱਖਦੇ ਰਹੀਏ, ਜਪਦੇ ਰਹੀਏ, ਰੂਹ ਨੂੰ ਪਾਕ ਰੱਖ ਕੇ ਜਪਦੇ ਰਹੀਏ ਤੇ ਗੁਰੂ ਸਦਾ ਹੀ ਨਾਲ ਹੈ। ਫਿਰ ਮੌਤ ਕਦੇ ਵੀ ਆ ਜਾਵੇ ਕੋਈ ਡਰ ਨਹੀਂ ਲੱਗਣਾ ਤੁਹਾਨੂੰ। ਗੁਰਸਿੱਖ ਤਾਂ ਸਦਾ ਹੀ ਮਰਿਆ ਹੀ ਬੈਠਾ ਹੁੰਦਾ, ਆਪਣਾ ਆਪ ਮਾਰ ਕੇ ਹੀ ਬੈਠਾ ਹੁੰਦਾ। ਉਹ ਸਦਾ ਹੀ ਉਡੀਕ 'ਚ ਹੁੰਦਾ, ਕੋਈ ਗੱਲ ਨਹੀਂ। ਸੋ ਜਾਣ ਦੀ ਤਿਆਰੀ ਕਿੱਡੀ ਕਿਆ, ਇਹ ਵੀ ਬਹੁਤ ਮਾਇਨੇ ਰੱਖਦਾ। ਸੰਸਾਰ ਤੋਂ ਤਾਂ ਪਹਿਲਾਂ ਹੀ ਉਹ ਵੱਖ ਹੋ ਗਿਆ ਹੁੰਦਾ, ਇਸ ਲਈ ਉਹਨੂੰ ਕੋਈ ਬਹੁਤਾ ਫਰਕ ਵੀ ਨਹੀਂ ਪੈਂਦਾ। ਚਲੋ ਬਹੁਤ ਲੰਬੀ ਹੋ ਗਈ। ਗੁਰੂ ਸਾਹਿਬ ਮਿਹਰਾਂ ਕਰਨ, ਬਖਸ਼ਿਸ਼ਾਂ ਕਰਨ। ਜੁੜੇ ਰਹੀਏ, ਜਪਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।